हेलो स्टूडेंट्स, वेलकम टू बालाजी एजुकेशन पॉइंट। स्टूडेंट्स अज दी अपनी पंजवीं क्लास है जी पंजाबी पैडागोजी दी। ठीक है, वेरी इंपॉर्टेंट क्वेश्चन ਜਿਹੜੇ ਤੁਹਾਡੇ ਵਾਸਤੇ ਲੈ ਕੇ ਆਏ ਹੋਏ ਆ। ਤੇ ਸਟੂਡੈਂਟਸ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਜਿਹੜੇ MCQ ਇਹ ਤੁਹਾਨੂੰ ਕਰਵਾ ਰਹੇ ਆ ਤੁਹਾਡੇ ਪੀਐਸ ਟੈਟ ਵਾਸਤੇ ਇੰਨੇ ਕੁ ਜ਼ਿਆਦਾ ਜ਼ਰੂਰੀ ਨੇ ਕਿ ਜਦੋਂ ਤੁਸੀਂ ਪੀਐਸ ਟੈਟ ਦੇ ਕੁਐਸਚਨ ਤੁਹਾਨੂੰ ਆਣਗੇ ਪੰਜਾਬੀ ਪੈਡਾਗੋਜੀ ਦੇ, ਠੀਕ ਹੈ, ਤੁਸੀਂ ਉਹਨੂੰ ਚੰਗੀ ਤਰ੍ਹਾਂ ਕਰ ਸਕੋਗੇ। ठीक है, साडा ये मकसद है भी तुसी पंजाबी पैडागोजी दे विचों जे तुहानूं 15 नंबर दे जां जिन्ने भी क्वेश्चन आंदे आ पंजाबी पैडागोजी दे उन्हां विचों पूरे नंबर तुसी लिजा सको, तुहाडा कोई भी लॉस ना होवे। साडा मकसद है तुहानूं ज़्यादा तो ज़्यादा क्वालिटी प्रोवाइड करना, मेहनत तुहाडी है। ठीक है, असीं तुहानूं की है सिर्फ जो साडे सहूलतां ने जो साडा मकसद है तुहानूं कामयाब करना ਉਹਦੇ ਲਈ एफर्ट्स कर रहे हैं। ठीक है, ਤੁਸੀਂ साथ देना ਤੇ हर एक चीज़ ਨੂੰ ਚੰਗੀ ਤਰ੍ਹਾਂ ਸਮਝਣਾ ਜੋ ਅਸੀਂ ਕਰਵਾ ਰਹੇ ਹਾਂ। ठीक है, वेरी इंपॉर्टेंट क्वेश्चन ने स्टूडेंट्स, ध्यान ਨਾਲ ਸਾਰੇ क्वेश्चन ਨੂੰ ਤੁਸੀਂ ਸਮਝਣਾ। ਜਿਹਦੇ ਵਿੱਚੋਂ ਦੇਖੋ ਪਹਿਲਾ क्वेश्चन ਆਪਾਂ ਸਾਰੇ ਅੱਜ ਦੇ क्वेश्चन ਨੇ ਜਿਹੜੇ ਭਾਸ਼ਾ ਦੇ ਉੱਪਰ ਕਰ ਰਹੇ ਹਾਂ। ठीक है, लैंग्वेज ਦੇ ਉੱਪਰ ਕਰ ਰਹੇ ਹਾਂ ਜ਼ਿਆਦਾਤਰ ਕਿਉਂਕਿ ਆਪਾਂ ਪੰਜਾਬੀ ਦੀ ਗੱਲ ਕਰ ਰਹੇ ਹਾਂ, ਪੰਜਾਬੀ ਪੈਡਾਗੋਜੀ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬੀ ਹੈ ਜਿਹੜੀ ਉਹ ਇੱਕ ਲੈਂਗੁਏਜ ਹੈ। ਜਿਵੇਂ ਹਿੰਦੀ ਇੱਕ ਲੈਂਗੁਏਜ ਆ, ਇੰਗਲਿਸ਼ ਇੱਕ ਲੈਂਗੁਏਜ ਆ ਨਾ, ਅੰਗਰੇਜ਼ੀ ਉਸੇ ਦਾ ਪੰਜਾਬੀ ਇੱਕ ਭਾਸ਼ਾ ਦਾ ਆਪਾਂ ਭਾਸ਼ਾ ਦੀ ਪਹਿਲਾਂ ਆਪਾਂ ਗੱਲ ਕਰਨੀ ਵੀ ਭਾਸ਼ਾ ਦੇ ਵਿੱਚ ਕੀ ਕੀ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ ਉਹਦੇ ਉੱਪਰ ਅੱਜ ਸਾਰੇ ਕੁਐਸਚਨ ਬੇਸਡ ਨੇ। ਠੀਕ ਹੈ, ਚੰਗੀ ਤਰ੍ਹਾਂ ਸਮਝਣੇ ਆ, ਚੰਗੀ ਤਰ੍ਹਾਂ ਗੱਲਾਂ ਨੂੰ ਤੁਸੀਂ ਪਕੜਨਾ ਹੈ। ਠੀਕ ਹੈ, ਜ਼ਿਆਦਾਤਰ ਤੁਹਾਨੂੰ ਕੀ ਹੋਊਗਾ ਇਹਨਾਂ ਪ੍ਰਸ਼ਨਾਂ ਵਿੱਚ ਇੱਕੋ ਜਿਹੇ ਆਨਸਰ ਵੀ ਦੇਖਣ ਨੂੰ ਮਿਲਣਗੇ ਵੀ ਸੇਮ ਆਨਸਰ ਕਹੀ ਜਾਂਦਾ, ਬਟ ਕੀ ਆ ਦੇਖੋ ਉੱਥੇ ਐਗਜ਼ਾਮੀਨਰ ਨੇ ਇਹੀ ਹੋਊਗਾ ਵੀ ਕੁਐਸਚਨ ਦੀ ਜਿਹੜੀ ਵਰਡਿੰਗ ਆ ਉਹ ਕਮਾਈ ਹੋਊਗੀ ਥੋੜੀ ਜਿਹੀ, ਉਸ ਨੂੰ ਤੁਸੀਂ ਦੇਖਣਾ ਹੈ। ਜਿਹਦੇ ਵਿੱਚੋਂ ਫਸਟ ਕੁਐਸਚਨ ਹੈ ਰਾਜੇ, ਭਾਸ਼ਾ ਦਾ ਵਾਸਤਵਿਕ ਰੂਪ ਵਿੱਚ ਸ਼ਾਮਿਲ ਹੁੰਦਾ ਹੈ ਉਸ ਦੀਆਂ। ਠੀਕ ਹੈ, ਵਾਸਤਵਿਕ ਮਤਲਬ ਕੀ ਹੁੰਦਾ, ਅਸਲੀ। ਭਾਸ਼ਾ ਦੇ ਅਸਲੀ ਰੂਪ ਦੇ ਵਿੱਚ ਕੀ ਚੀਜ਼ ਸ਼ਾਮਿਲ ਹੁੰਦੀ ਹੈ, ਜਿਵੇਂ ਇੱਥੇ ਆਪਸ਼ਨ ਦਿੱਤੀਆਂ ਹੋਈਆਂ ਨੇ ਵੀ ਲਿਪੀ ਹੁੰਦੀ ਹੈ, ਉਸ ਵਿੱਚ ਕਹਾਣੀਆਂ ਹੁੰਦੀਆਂ ਨੇ, ਧੁਨੀਆਂ ਹੁੰਦੀਆਂ ਨੇ ਜਾਂ ਫਿਰ ਅਕਾਉਂਟਾਂ ਹੁੰਦੀਆਂ ਨੇ। ਠੀਕ ਹੈ, ਭਾਸ਼ਾ ਦਾ ਅਸਲੀ ਰੂਪ ਕਿਸ ਚੀਜ਼ 'ਚ ਹੁੰਦਾ ਤੁਸੀਂ ਇਹ ਚੈੱਕ ਕਰਨਾ, ਲਿਪੀ ਦੇ ਵਿੱਚ ਹੁੰਦਾ, ਕਹਾਣੀਆਂ ਵਿੱਚ ਹੁੰਦਾ, ਧੁਨੀਆਂ ਵਿੱਚ ਹੁੰਦਾ ਜਾਂ ਅਕਾਉਂਟਾਂ ਵਿੱਚ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਆਪਾਂ ਭਾਸ਼ਾ ਬੋਲਦੇ ਹਾਂ, ਠੀਕ ਹੈ, ਤਾਂ ਆਪਣੇ ਮੂੰਹ ਦੇ ਵਿੱਚੋਂ ਕੀ ਚੀਜ਼ ਨਿਕਲਦਾ, ਤਾਂ ਆਪਣੇ ਮੂੰਹ ਦੇ ਵਿੱਚੋਂ ਰਾਜੇ ਨਿਕਲਦੀਆਂ ਨੇ ਧੁਨੀਆਂ। ਤਾਂ ਹਮੇਸ਼ਾ ਭਾਸ਼ਾ ਦਾ ਵਾਸਤਵਿਕ ਰੂਪ ਕੀ ਆਊਗਾ, ਧੁਨੀ ਆਊਗਾ। ਇੱਥੇ ਵਾਸਤਵਿਕ ਦੀ ਜਗ੍ਹਾ ਸਾਨੂੰ ਅਸਲੀ ਵੀ ਲਿਖਿਆ ਆ ਸਕਦਾ, ਮੁੱਢਲਾ ਵੀ ਲਿਖਿਆ ਆ ਸਕਦਾ, ਕੋਈ ਵੀ ਇਸ ਤਰ੍ਹਾਂ ਦਾ ਸ਼ਬਦ ਯੂਜ਼ ਕੀਤਾ ਜਾ ਸਕਦਾ। ਤਾਂ ਤੁਸੀਂ ਉਹਦਾ ਆਨਸਰ ਲਗਾਉਣਾਗਾ ਧੁਨੀਆਂ, ਕਿਉਂਕਿ ਆਪਾਂ ਜਦੋਂ ਵੀ ਸਟਾਰਟਿੰਗ ਕਰ ਦਿਆਂਗੇ ਭਾਸ਼ਾ ਤਾਂ ਧੁਨੀਆਂ ਹੀ ਨਿਕਲਦੀਆਂ ਨੇ। ਠੀਕ ਹੈ ਜੀ, ਇਹਦਾ ਰਾਈਟ ਆਨਸਰ ਹੈਗਾ ਰਾਜੇ ਧੁਨੀਆਂ। ਇਸ ਤੋਂ ਬਾਅਦ ਦੂਸਰਾ ਪ੍ਰਸ਼ਨ ਤੁਹਾਡਾ, ਇੱਕ ਬੱਚਾ ਭਾਸ਼ਾ ਨੂੰ ਇੱਕ ਸਾਧਨ ਦੀ ਤਰ੍ਹਾਂ किस काम ਲਈ ਵਰਤਦਾ ਹੈ। ਠੀਕ ਹੈ ਜੀ, ਇੱਕ ਭਾਸ਼ਾ ਨੂੰ ਜਿਹੜਾ ਇੱਕ ਬੱਚਾ ਗਾ ਭਾਸ਼ਾ ਨੂੰ ਇੱਕ ਸਾਧਨ ਦੀ ਤਰ੍ਹਾਂ ਕਿਸ ਕੰਮ ਦੇ ਲਈ ਵਰਤਦਾ ਹੈ। ਇਹਦੇ ਵਿੱਚ ਆਪਸ਼ਨ ਨੇ ਲਿਖਣ ਦੇ ਲਈ, ਸਵੇ ਪ੍ਰਗਟਾ ਦੇ ਲਈ, ਬੁੱਧੀਮਾਨ ਬਣਨ ਦੇ ਲਈ ਤੇ ਬੋਲਣ ਦੇ ਲਈ। ਇਹ ਚਾਰ ਆਪਸ਼ਨ ਨੇ। ਤੁਹਾਨੂੰ ਇਹ ਪਤਾ ਹੀ ਹੈ ਵੀ ਇੱਕ ਬੱਚਾ ਜਿਹੜਾ ਭਾਸ਼ਾ ਇੱਕ ਕੀ ਆ ਸਾਧਨ ਹੈ। ਠੀਕ ਹੈ, ਜਿਸ ਦੇ ਰਾਹੀਂ ਆਪਾਂ ਆਪਣੇ ਵਿਚਾਰ ਦੂਸਰਿਆਂ ਨਾਲ ਕੀ ਆ ਸਾਂਝੇ ਕਰਦੇ ਹਾਂ ਤੇ ਦੂਸਰਿਆਂ ਦੇ ਵਿਚਾਰ ਆਪਾਂ ਗ੍ਰਹਿਣ ਕਰਦੇ ਹਾਂ। ਤਾਂ ਓਬਵੀਅਸਲੀ ਜਦੋਂ ਵਿਚਾਰ ਆਪਾਂ ਸਾਂਝੇ ਕਰਨੇ ਹੁੰਦੇ ਆ ਤਾਂ ਆਪਾਂ ਕੀ ਕਰਦੇ ਹਾਂ, ਆਪਣਾ ਸਵੇ ਪ੍ਰਗਟਾ ਕਰਦੇ ਹੁੰਦੇ ਹਾਂ। ਠੀਕ ਹੈ ਜੀ, ਸਵੇ ਪ੍ਰਗਟਾ, ਸਵੇ ਦਾ ਮਤਲਬ ਹੁੰਦਾ ਖੁਦ ਦੇ ਵਿਚਾਰ ਪ੍ਰਗਟ ਕਰਨੇ ਹਨ। ਸਵੇ ਪ੍ਰਗਟਾ ਕੋਈ ਵੀ ਚੀਜ਼ ਆ ਜਦੋਂ ਆਪਾਂ ਦੁੱਖ ਦੇ ਵਿੱਚ ਹੁੰਦੇ ਆ ਜਾਂ ਫਿਰ ਸੁੱਖ ਦੇ ਵਿੱਚ ਹੁੰਦੇ ਆ, ਆਪਾਂ ਆਪਦੇ ਵਿਚਾਰ ਦੂਜਾ ਸਾਹਮਣੇ ਪ੍ਰਗਟਾਵਾ ਕਰਦੇ ਹਾਂ, ਕਦੇ ਨਾ ਬੋਲ ਕੇ ਜਾਂ ਫਿਰ ਲਿਖ ਕੇ। ਠੀਕ ਹੈ, ਤਾਂ ਬੋਲਣ ਤੇ ਲਿਖਣ ਦਾ ਕੰਮ ਕੀ ਚੀਜ਼ ਕਰਦੀ ਹੈ, ਭਾਸ਼ਾ ਕਰਦੀ ਹੈ। ਠੀਕ ਹੈ ਜੀ, ਤਾਂ ਉਹ ਸਵੇ ਪ੍ਰਗਟਾ ਹੋ ਗਿਆ, ਚਾਹੇ ਬੋਲ ਕੇ ਕਰੀਏ ਚਾਹੇ ਆਪਾਂ ਲਿਖ ਕੇ ਰਾਜੇ। ਠੀਕ ਹੈ, ਇਸ ਤੋਂ ਬਾਅਦ ਥਰਡ ਕੁਐਸਚਨ ਆਪਣਾ, ਬੱਚੇ ਦੇ ਭਾਸ਼ਾ ਗਿਆਨ ਦਾ ਆਧਾਰ ਕੀ ਹੁੰਦਾ ਹੈ। ਠੀਕ ਹੈ ਜੀ, ਬੱਚੇ ਦੇ ਭਾਸ਼ਾ ਗਿਆਨ ਦਾ ਆਧਾਰ ਕੀ ਹੁੰਦਾ ਹੈ। ਬੱਚੇ ਨੂੰ ਜਿਹੜੀ ਨੌਲੇਜ ਮਿਲੀ ਹੈ ਭਾਸ਼ਾ ਦੀ, ਉਸ ਦੀ ਮਤਲਬ ਕਿ ਵੇਸ ਕੀ ਚੀਜ਼ ਹੈ ਉਸ ਚੀਜ਼ ਦਾ। ਇਹਦੇ ਵਿੱਚ ਆਪਸ਼ਨ ਨੇ ਇੱਕ ਵਾਕ ਤੋਂ, ਸ਼ਬਦ ਤੋਂ, ਧੁਨੀਆਂ ਤੋਂ ਤੇ ਵਾਕ ਤੋਂ। ਠੀਕ ਹੈ ਜੀ, ਇੱਥੇ ਦੇਖੋ ਇੱਕ ਵਾਕ ਲਿਖਿਆ ਤੇ ਇਕੱਲਾ ਵਾਕ। ਠੀਕ ਹੈ, ਦੇਖੋ ਕੁਛ ਫਰਕ ਨਹੀਂ, ਸਿਰਫ ਕੀ ਚੀਜ਼ ਕੀਤੀ ਹੋਈ ਇੱਥੇ, ਇੱਕ ਮਤਲਬ ਕਿ ਇੱਕ ਵਾਕ ਤੋਂ ਲਿਖਤਾ, ਸਿਰਫ ਇਕੱਲਾ ਵਾਕ ਲਿਖਤਾ। ਠੀਕ ਹੈ, ਇਹਨੂੰ ਸੋਚੋ ਵੀ ਇਹ ਚੀਜ਼ ਦੋ ਡਬਲ ਆਪਸ਼ਨ ਆਇਆ ਪਤਾ ਨਹੀਂ ਕਿਵੇਂ, ਬਟ ਉਹਨੇ ਤੋਂ ਵਰਡਿੰਗ ਚੇਂਜ ਕਰੀ ਆ ਦੋਨਾਂ ਦੀ। ਠੀਕ ਹੈ ਜੀ, ਅਲੱਗ ਅਲੱਗ। ਦੇਖੋ ਇੱਥੇ ਭਾਸ਼ਾ ਦੇ ਗਿਆਨ ਦਾ ਇੱਥੇ ਬੇਸ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਦਾ ਸੀ ਵੀ ਜਦੋਂ ਬੇਸ ਹੁੰਦਾ, ਬੇਸ ਦੀ ਗੱਲ ਆ ਗਈ, ਮੁੱਢਲੇ ਦੀ ਗੱਲ ਆ ਗਈ ਜਾਂ ਫਿਰ ਅਸਲੀ ਮਤਲਬ ਕਿ ਭਾਸ਼ਾ ਦੇ ਰੂਪ ਦੀ ਗੱਲ ਆ ਗਈ ਤਾਂ ਉਹ ਕੀ ਆਊਗਾ, ਧੁਨੀਆਂ ਹੀ ਆਊਗਾ ਰਾਜੇ ਉਸ ਦਾ ਆਨਸਰ। ਕਿਉਂਕਿ ਧੁਨੀਆਂ ਨੇ ਜਿਹੜੀਆਂ ਉਹ ਕੀ ਚੀਜ਼ ਆ, ਕਿਸੇ ਭਾਸ਼ਾ ਦੀ ਕੀ ਚੀਜ਼ ਆ, ਆਧਾਰ ਹੈ। ਠੀਕ ਹੈ, ਭਾਸ਼ਾ ਧੁਨੀਆਂ ਦੇ ਦੁਆਰਾ ਹੀ ਆਪਾਂ ਉਚਾਰਨ ਕਰਦੇ ਹਾਂ ਉਸਦਾ। ਠੀਕ ਹੈ ਜੀ, ਤਾਂ ਧੁਨੀਆਂ ਇਸ ਦਾ ਆਨਸਰ ਆਊਗਾ।
ਇੱਕ ਪਿੱਛੇ ਜੀ ਪੈਡਾਗੋਜੀ ਦੀ ਕਲਾਸ ਲਗਾਈ ਸੀ, ਉਸ ਦੇ ਵਿੱਚ ਇੱਕ ਬੱਚੇ ਨੇ ਇੱਕ ਕੁਐਸਚਨ 'ਤੇ ਥੋੜ੍ਹਾ ਜਿਹਾ ਮੈਨੂੰ ਕਿਹਾ ਸਰ ਇਸ ਦਾ ਉਚਾਰਨ ਨਹੀਂ ਹੈਗਾ। ਦੇਖੋ ਉਚਾਰਨ ਦਾ ਸੰਬੰਧ ਹੀ ਕਾਹਦੇ ਨਾਲ ਰਾਜੇ? ਧੁਨੀਆਂ ਦੇ ਨਾਲ। ਆਪਾਂ ਕਿਸ ਚੀਜ਼ ਦਾ ਉਚਾਰਨ ਕਰਦੇ ਹਾਂ ਤਾਂ ਆਪਣੇ ਮੂੰਹ ਦੇ ਵਿੱਚੋਂ ਪਹਿਲਾਂ ਧੁਨੀਆਂ ਹੀ ਉਚਾਰਿਤ ਹੁੰਦੀਆਂ ਨੇਗੀਆਂ, ਠੀਕ ਹੈ, ਨਾ ਕਿ ਆਪਾਂ ਸਿੱਧੀ ਡਾਇਰੈਕਟ ਕੁਛ ਚੀਜ਼ ਸ਼ਬਦ, ਪਹਿਲਾਂ ਉਹ ਧੁਨੀਆਂ ਹੀ ਹੁੰਦੀਆਂ। ਮੈਂ ਤੁਹਾਨੂੰ ਬੋਲ ਰਿਹਾ, ਇਹ ਧੁਨੀਆਂ ਹੀ ਤੁਹਾਡੇ ਤੱਕ ਆ ਰਹੀਆਂ ਨੇ, ਠੀਕ ਹੈ ਜੀ। ਇਸ ਤੋਂ ਬਾਅਦ ਆਪਣਾ 4th ਕੁਐਸਚਨ ਹੈ ਰਾਜੇ। 4th ਕੁਐਸਚਨ, ਭਾਸ਼ਾ ਸਿੱਖਿਆ ਦਾ ਬਹੁਤਾ ਕੰਮ ਕਿਸ ਤਰ੍ਹਾਂ ਹੁੰਦਾ ਹੈ? ਠੀਕ ਹੈ ਜੀ। ਆਪਾਂ ਭਾਸ਼ਾ ਦਾ ਜ਼ਿਆਦਾਤਰ ਕੰਮ ਕਿਸ ਚੀਜ਼ ਦੇ ਵਿੱਚ ਕਰਦੇ ਹਾਂ? ਸੁਣ ਤੇ ਸਮਝਣ ਕੌਸ਼ਲ ਨਾਲ, ਠੀਕ ਹੈ ਜੀ, ਮੌਖਿਕ ਕੌਸ਼ਲ ਦੇ ਦੁਆਰਾ, ਪੜ੍ਹਨ ਕੌਸ਼ਲ ਦੇ ਦੁਆਰਾ ਤੇ ਲਿਖਿਤ ਕੌਸ਼ਲ ਦੇ ਦੁਆਰਾ। ਆਪਾਂ ਨੂੰ ਪਤਾ ਹੈ ਵੀ ਜ਼ਿਆਦਾਤਰ ਚਾਹੇ ਉਹ ਵਿਅਕਤੀ ਪੜ੍ਹਿਆ ਲਿਖਿਆ ਚਾਹੇ ਉਹ ਅਨਪੜ੍ਹ ਹੈ, ਠੀਕ ਹੈ, ਚਲੋ ਅਨਪੜ੍ਹ ਵਿਅਕਤੀ ਨਹੀਂ ਜ਼ਿਆਦਾਤਰ ਆਪਾਂ ਨੂੰ ਪਤਾ ਹੈ ਵੀ ਲਿਖ ਨਹੀਂ ਸਕਦਾ, ਠੀਕ ਹੈ, ਤਾਂ ਬੋਲ ਤਾਂ ਸਕਦੇ ਹੀ ਆ ਨਾ, ਠੀਕ ਹੈ। ਸਿਰਫ ਲਿਖ ਕੌਣ ਸਕਦੇ? ਜੋ ਪੜ੍ਹੇ ਲਿਖੇ ਨੇ, ਜਿਨ੍ਹਾਂ ਨੂੰ ਐਜੂਕੇਸ਼ਨ ਮਿਲੀ ਹੋਈ ਹੈ। ਤਾਂ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਦੋਨੇ ਲੋਕ ਕਰਦੇ ਆ ਤਾਂ ਉਸ ਚੀਜ਼ ਦੀ ਮਤਲਬ ਕਿ ਜ਼ਿਆਦਾ ਹੋਊਗਾ, ਹੈ ਨਾ, ਕੰਮ ਜ਼ਿਆਦਾ ਉਸ ਚੀਜ਼ ਦੇ ਵਿੱਚ, ਤਾਂ ਓਬਵੀਅਸਲੀ ਮੌਖਿਕ ਕੌਸ਼ਲ ਦੇ ਦੁਆਰਾ, ਠੀਕ ਹੈ ਜੀ। ਮੌਖਿਕ ਕੌਸ਼ਲ ਦੇ ਦੁਆਰਾ ਸਿੱਖਿਆ ਦਾ ਭਾਸ਼ਾ ਸਿੱਖਿਆ ਦਾ ਜ਼ਿਆਦਾ ਕੰਮ ਹੁੰਦਾ, ਠੀਕ ਹੈ ਜੀ। ਇਹ ਚੀਜ਼ ਆ ਗਈ, ਕਿਉਂਕਿ ਮੌਖਿਕ ਦਾ ਮਤਲਬ ਹੁੰਦਾ ਮੂੰਹ ਦੇ ਦੁਆਰਾ ਆਪਾਂ ਜਦੋਂ ਬੋਲਦੇ ਹਾਂ, ਉਹ ਹੁੰਦਾ ਮੌਖਿਕ ਕੌਸ਼ਲ। ਇਸ ਤੋਂ ਬਾਅਦ ਆਪਣਾ 5th ਕੁਐਸਚਨ ਹੈ, 5ਵਾਂ ਪ੍ਰਸ਼ਨ ਹੈ ਜੀ। ਬੱਚੇ ਦੀ ਜ਼ਿੰਦਗੀ ਦੇ ਬਹੁਤੇ ਕੰਮ ਭਾਸ਼ਾ ਦੇ ਕਿਸ ਕੌਸ਼ਲ ਨਾਲ ਸੰਪੰਨ ਹੁੰਦੇ ਨੇ? ਸੰਪੰਨ ਦਾ ਮਤਲਬ ਹੁੰਦਾ ਪੂਰੇ ਜੀ, ਠੀਕ ਹੈ, ਸੰਪੰਨ ਦਾ ਮਤਲਬ ਹੁੰਦਾ ਪੂਰੇ। ਬੱਚੇ ਦੀ ਜ਼ਿੰਦਗੀ ਦੇ ਜ਼ਿਆਦਾ ਕੰਮ ਨੇ ਜਿਹੜੇ ਉਹ ਕਿਸ ਚੀਜ਼ ਦੁਆਰਾ ਕੰਪਲੀਟ ਹੁੰਦੇ ਨੇ, ਪੂਰੇ ਹੁੰਦੇ ਨੇ? ਇੱਥੇ ਆਪਸ਼ਨ ਨੇ ਲਿਖਣ ਦੁਆਰਾ, ਮੌਖਿਕ ਰੂਪ ਦੇ ਵਿੱਚ, ਸੁਣਨ ਤੇ ਸਮਝਣ ਨਾਲ ਤੇ ਵਾਚਨ, ਠੀਕ ਹੈ। ਕਈ ਬੱਚੇ ਨੇ ਇਹਦੇ ਜਦੋਂ ਕੁਐਸਚਨ ਟੈਸਟ ਲਿਆ ਗਿਆ ਸੀ, ਜ਼ਿਆਦਾ ਬੱਚਿਆਂ ਨੇ ਤਾਂ ਇਹ ਲਗਾਤਾ ਵੀ ਸੁਣਨ ਤੇ ਸਮਝਣ ਦੁਆਰਾ ਅਸੀਂ ਕਰਾਂਗੇ, ਠੀਕ ਹੈ, ਵੀ ਇਸ ਤਾਂ ਜੀ ਇਹ ਆਨਸਰ ਲਗਾਵਾਂਗੇ। ਬੱਚਾ ਸੁਣੂਗਾ, ਸਮਝੂਗਾ, ਵੀ ਉਹਦੀ ਜ਼ਿੰਦਗੀ ਦੇ ਸਾਰੇ ਕੰਮ ਉਸੇ ਨਾਲ ਹੁੰਦੇ ਨੇ, ਪਰ ਕੀ ਇਸ ਨਾਲ ਹੀ ਪੂਰੇ ਹੁੰਦੇ ਨੇ? ਪਰ ਇਹਦਾ ਜੇ ਸਹੀ ਰੂਪ, ਇਹਦਾ ਸਹੀ ਆਨਸਰ ਆ ਜਾਊਗਾ ਮੌਖਿਕ ਦੁਆਰਾ, ਠੀਕ ਹੈ। ਹੁਣ ਤੁਸੀਂ ਕੋਈ ਵੀ ਕੰਮ ਕਰਦੇ ਹੋ ਤਾਂ ਤੁਸੀਂ ਕਿਸੇ ਨੂੰ ਕੋਈ ਗੱਲ ਕਹਿਣੀ ਹੈ, ਤੁਸੀਂ ਬੋਲ ਕੇ ਕਹੋਗੇ, ਠੀਕ ਹੈ। ਕੋਈ ਵੀ ਕੰਮ ਕਹਿਣਾ ਆਪਾਂ ਬੋਲ ਕੇ ਕਹਾਂਗੇ। ਆਪਾਂ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਇੱਕ ਦੂਜੇ ਨਾਲ ਬੋਲ ਚਾਲ ਦੁਆਰਾ ਹੀ ਕਰਦੇ ਹਾਂ, ਨਾ ਕਿ ਆਪਾਂ ਇਕੱਲੇ ਸੁਣਨ ਦਾ ਕੰਮ ਤਾਂ ਨਹੀਂ ਕਰਦੇ ਵੀ ਹਾਂ ਅਸੀਂ ਗੱਲ ਸੁਣ ਲਈ ਤੇ ਸਮਝ ਲਈ। ਆਪਾਂ ਬੋਲਦੇ ਵੀ ਹਾਂ, ਦੂਸਰਾ ਵੀ ਆਪਾਂ ਨੂੰ ਬੋਲਦਾ, ਆਪਾਂ ਬੋਲਦੇ ਹਾਂ ਹਰ ਇੱਕ ਕੰਮ ਵੀ ਹਾਂ ਸਾਨੂੰ ਇਹ ਕੰਮ ਕਰਨਾ ਹੈ। ਆਪਣੇ ਸਾਰੇ ਕੰਮ ਬੋਲਣ ਦੁਆਰਾ ਮੌਖਿਕ ਰੂਪ ਦੇ ਵਿੱਚ ਹੁੰਦੇ ਆ, ਠੀਕ ਹੈ ਜੀ। ਮੌਖਿਕ ਦਾ ਸੰਬੰਧ ਹੁੰਦਾ ਮੂੰਹ ਦੇ ਰਾਹੀਂ, ਜਾਣੀ ਕਿ ਜਦੋਂ ਬੋਲਦੇ ਹਾਂ। ਜ਼ਿਆਦਾਤਰ ਕੰਮ ਆਪਣੇ ਬੋਲਣ ਦੇ ਦੁਆਰਾ ਹੁੰਦੇ ਆ, ਠੀਕ ਹੈ, ਨਾ ਕਿ ਇਕੱਲੇ ਸੁਣਨ ਦੇ ਦੁਆਰਾ। ਇਸ ਤੋਂ ਬਾਅਦ ਆਪਣਾ ਬੱਚੇ ਦਾ ਭਾਸ਼ਾ ਗਿਆਨ ਸ਼ੁਰੂ ਹੁੰਦਾ ਹੈ। ਬੱਚੇ ਦੇ ਜਿਹੜਾ ਆਪਾਂ ਨੌਲੇਜ ਆ ਭਾਸ਼ਾ ਨਾਲ ਸੰਬੰਧਿਤ, ਉਹ ਕਿੱਥੋਂ ਸ਼ੁਰੂ ਹੁੰਦੀ ਹੈ? ਇਹ ਵੀ ਦੇਖੋ, ਇੱਕ ਸ਼ਬਦ ਤੋਂ ਸ਼ੁਰੂ ਹੁੰਦੀ ਹੈ, ਇੱਕ ਵਾਕ ਤੋਂ ਸ਼ੁਰੂ ਹੁੰਦੀ ਹੈ, ਕਹਾਣੀ ਤੋਂ ਜਾਂ ਫਿਰ ਕਵਿਤਾ ਤੋਂ, ਹੈ ਨਾ। ਥੋੜ੍ਹਾ ਜਿਹਾ ਇਹ ਚੀਜ਼ ਆ ਵੀ ਜਿਵੇਂ ਤਾਂ ਦੇਖੋ ਇੱਥੇ ਸਿੰਪਲ ਗੱਲ ਹੈ, ਇੱਥੇ ਗੱਲ ਕਾਹਦੀ ਹੋ ਰਹੀ ਹੈ? ਬੱਚੇ ਦੀ ਗੱਲ ਹੋ ਰਹੀ ਆ। ਤਾਂ ਬੱਚਾ ਇੱਕ ਕੋਈ ਵੀ ਜਦੋਂ ਆਪਣਾ ਗਿਆਨ ਸ਼ੁਰੂ ਕਰੂਗਾ ਭਾਸ਼ਾ ਸੰਬੰਧੀ, ਉਹ ਕਦੇ ਵੀ ਇੱਕ ਵਾਕ ਤੋਂ ਸ਼ੁਰੂ ਨਹੀਂ ਕਰ ਸਕਦਾ, ਕਹਾਣੀ ਤੋਂ ਨਹੀਂ ਸ਼ੁਰੂ ਕਰ ਸਕਦਾ, ਕਵਿਤਾ ਤੋਂ ਨਹੀਂ ਸ਼ੁਰੂ ਕਰ ਸਕਦਾ, ਕਿਉਂਕਿ ਛੋਟਾ ਬੱਚਾ ਹਜੇ ਉਸਨੇ ਨਵੀਂ ਡਿਵੈਲਪਮੈਂਟ ਸ਼ੁਰੂ ਕਰੀ ਹੈ ਹਜੇ ਭਾਸ਼ਾ ਦੇ ਨਾਲ ਸੰਬੰਧਿਤ, ਹੈ ਨਾ। ਤਾਂ ਓਬਵੀਅਸਲੀ ਰਾਜੇ ਇੱਕ ਸ਼ਬਦ ਤੋਂ ਸ਼ੁਰੂ ਕਰੂਗਾ, ਪਹਿਲਾਂ ਇੱਕ ਸ਼ਬਦ ਬੋਲੂਗਾ, ਜਿਵੇਂ ਮੰਮੀ ਪਾਪਾ, ਹੌਲੀ ਹੌਲੀ ਬੋਲਣਾ, ਸ਼ਬਦਾਂ ਨੂੰ ਉਚਾਰਿਤ ਸ਼ੁਰੂ ਕਰੂਗਾ ਉਹ ਬੋਲਣਾ, ਛੋਟੇ ਛੋਟੇ ਸ਼ਬਦ ਉਚਾਰਿਤ ਕਰੂਗਾ, ਨਾ ਕਿ ਇੱਕਦਮ ਉਹ ਵਾਕ ਬੋਲਣ ਲੱਗ ਜੂਗਾ ਜਾਂ ਫਿਰ ਤੁਹਾਨੂੰ ਇੱਕਦਮ ਕਹਾਣੀਆਂ ਸੁਣਾਉਣ ਲੱਗ ਜੂਗਾ ਜਾਂ ਕੋਈ ਕਵਿਤਾ ਸੁਣਾਉਣ ਲੱਗ ਜੂਗਾ। ਤਾਂ ਪਹਿਲਾਂ ਉਹ ਸ਼ਬਦ ਬੋਲੇਗਾ, ਜਾਂ ਮੰਮੀ ਪਾਪਾ, ਦੇਖੋ ਕੁਛ ਵੀ ਉਹਨੂੰ ਸ਼ਬਦ ਜੋ ਸਮਝ ਆ ਗਿਆ, ਇੱਕ ਵਾਰੀ ਦਿਮਾਗ ਦੇ ਵਿੱਚ ਬੈਠ ਗਿਆ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ, ਦੇਖੋ ਵੀ ਭਾਸ਼ਾ ਦੇ ਕਿਸ ਕੌਸ਼ਲ ਦੁਆਰਾ ਵਿਚਾਰਾਂ ਦਾ ਆਦਾਨ ਪ੍ਰਦਾਨ ਵਧੀਆ ਹੁੰਦਾ? ਕਿਹੜਾ ਕੌਸ਼ਲ ਹੈ ਜਿਹਦੇ ਦੁਆਰਾ ਵਿਚਾਰਾਂ ਦਾ ਆਦਾਨ ਪ੍ਰਦਾਨ, ਇੱਕ ਦੂਜੇ ਨਾਲ ਅਸੀਂ ਵਿਚਾਰ ਆਪਦੇ ਸਾਂਝੇ ਕਰ ਸਕਦੇ ਹਾਂ, ਦੂਜੇ ਦੇ ਵਿਚਾਰ ਨੂੰ ਅਸੀਂ ਸੁਣ ਸਕਦੇ ਹਾਂ, ਠੀਕ ਹੈ। ਇਹਦੇ ਵਿੱਚ ਆਪਸ਼ਨ ਨੇ ਲਿਖਣ ਦੁਆਰਾ, ਬੋਲਣ ਦੁਆਰਾ, ਸੁਣਨ ਤੇ ਸਮਝਣ ਦੁਆਰਾ ਤੇ ਵਾਚਨ ਦੁਆਰਾ, ਠੀਕ ਹੈ ਜੀ। ਇਹ ਚੀਜ਼ ਹੈ, ਦੇਖੋ ਵਿਚਾਰਾਂ ਦਾ ਆਦਾਨ ਪ੍ਰਦਾਨ, ਤਾਂ ਵਿਚਾਰਾਂ ਦਾ ਆਦਾਨ ਪ੍ਰਦਾਨ ਹਮੇਸ਼ਾ ਬੋਲਣ ਨਾਲ ਹੁੰਦਾ, ਠੀਕ ਹੈ ਜੀ। ਜੇ ਆਪਾਂ ਗੱਲ ਇੱਥੇ ਸੁਣਨ ਤੇ ਸਮਝਣ ਲਾ ਲਈਏ, ਸਨ ਆਪਾਂ ਅਗਲਾ ਆਪਾਂ ਨੂੰ ਸੁਣਾ ਰਿਹਾ ਤੇ ਆਪਾਂ ਸਮਝ ਰਹੇ ਹਾਂ, ਠੀਕ ਹੈ, ਆਪਾਂ ਆਪਦੇ ਵਿਚਾਰ ਤਾਂ ਨਹੀਂ ਸਾਂਝੇ ਕਰ ਰਹੇ। ਤਾਂ ਬੋਲਣ ਦੇ ਦੁਆਰਾ ਆਪਾਂ ਖੁਦ ਵੀ ਬੋਲਾਂਗੇ ਤੇ ਦੂਸਰਾ ਵਿਅਕਤੀ ਵੀ ਬੋਲੂਗਾ, ਤੇ ਬੋਲਣਾ ਹੀ ਹੈ ਜਿਹੜਾ ਵਿਚਾਰਾਂ ਦੇ ਆਦਾਨ ਪ੍ਰਦਾਨ ਹੈ, ਠੀਕ ਹੈ ਜੀ। ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਜੋ ਸਾਧਨ ਉਹ ਭਾਸ਼ਾ ਹੀ ਹੁੰਦੀ ਹੈ। ਭਾਸ਼ਾ ਹਮੇਸ਼ਾ ਜਦੋਂ ਵਿਚਾਰਾਂ ਦਾ, ਉਹ ਭਾਸ਼ਾ ਬੋਲ ਕੇ ਹੀ ਆਪਾਂ ਇੱਕ ਦੂਜੇ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ, ਜਾਂ ਫਿਰ ਲਿਖਣ ਦੇ ਦੁਆਰਾ ਵੀ ਆ ਜਾਂਦਾ ਰਾਜੇ। ਬਟ ਲਿਖਣ ਦਾ ਕੰਮ ਆ ਜਿਹੜਾ ਸਿਰਫ ਪੜ੍ਹੇ ਲਿਖੇ ਲੋਕ ਕਰ ਸਕਦੇ। ਇੱਥੇ ਆਪਾਂ ਸਿਰਫ ਇਹ ਨਹੀਂ ਨਾ ਕਿਹਾ ਵੀ ਪੜ੍ਹੇ ਲਿਖੇ ਲੋਕ, ਇੱਥੇ ਆਪਾਂ ਸਿਰਫ ਭਾਸ਼ਾ ਦੇ ਕੌਸ਼ਲ ਦੀ ਗੱਲ ਕਰ ਰਹੇ ਹਾਂ। ਤਾਂ ਬੋਲਣ ਦਾ ਕੰਮ ਦੋਨੇ ਵਿਅਕਤੀ ਕਰਨਗੇ, ਚਾਹੇ ਉਹ ਪੜ੍ਹੇ ਲਿਖਿਆ ਚਾਹੇ ਉਹ ਅਨਪੜ੍ਹ ਹੈ, ਠੀਕ ਹੈ ਜੀ। ਅਗਲਾ ਕੁਐਸਚਨ ਹੈ, ਭਾਸ਼ਾ ਸੁਣਨ ਤੇ ਸਮਝਣ ਦੇ ਕੰਮ ਵਿੱਚ, ਠੀਕ ਹੈ, ਭਾਸ਼ਾ ਸੁਣਨ ਤੇ ਸਮਝਣ ਦੇ ਕੰਮ ਵਿੱਚ ਬੱਚਾ ਜਿਹੜਾ ਕੀ ਕਰੂਗਾ? ਦੋਨੋਂ ਕੰਮ ਇੱਕੋ ਸਮੇਂ ਨਾਲ ਕਰੂਗਾ, ਠੀਕ ਹੈ ਜੀ। ਭਾਸ਼ਾ ਸੁਣਨ ਦਾ ਵੀ ਤੇ ਸਮਝਣ ਦਾ ਇੱਕੋ ਸਮੇਂ ਕਰੂਗਾ ਉਹ, ਤੇ ਦੂਸਰਾ ਹੈਗਾ ਵੀ ਸੁਣਦਾ ਪਹਿਲਾਂ ਤੇ ਸਮਝਦਾ ਬਾਅਦ 'ਚ ਹੈ।
ਤੇ ਅਗਲਾ ਗਾ ਵੀ ਦੋਵੇਂ ਕੰਮ ਭਿੰਨ ਭਿੰਨ ਤੌਰ ਤੇ ਕਰਦਾ ਹੈ। ਠੀਕ ਹੈ ਜੀ। ਅਗਲਾ ਗਾ ਵੀ ਸਮਝਦਾ ਪਹਿਲਾਂ ਤੇ ਸੁਣਦਾ ਮਗਰੋਂ ਹੈ। ਦੇਖੋ ਕੋਈ ਵੀ ਭਾਸ਼ਾ ਜਦੋਂ ਆਪਾਂ ਸੁਣਦੇ ਆ ਨਾ ਤੇ ਆਪਾਂ ਨੂੰ ਸਮਝਣ ਵੀ ਨਾਲ ਦੀ ਨਾਲ ਪੈਂਦੀ ਆ। ਇਹ ਤਾਂ ਹੈ ਨਹੀਂ ਗਾ ਪਏ ਵੀ ਮੈਂ ਤੁਹਾਨੂੰ ਜਿਵੇਂ ਕੁਛ ਸਮਝਾ ਰਿਹਾ ਹੁਣ, ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਬਾਅਦ ਦੇ ਵਿੱਚ ਸਮਝੋਗੇ, ਤੁਹਾਨੂੰ ਨਾਲ ਦੀ ਨਾਲ ਹੀ ਮੈਂ ਬੋਲ ਰਿਹਾ, ਤੁਸੀਂ ਨਾਲ ਦੀ ਨਾਲ ਸਮਝ ਰਹੇ ਹੋ ਵੀ ਸਾਨੂੰ ਕੀ ਸਮਝਾ ਰਿਹਾ। ਤਾਂ ਇਹ ਦੋਨੇ ਕੰਮ ਰਾਜ ਇੱਕ ਸਮਾਨ ਹੁੰਦੇ ਆ, ਬੋਲਣ ਦੋਨੋਂ ਕੰਮ ਇੱਕੋ ਸਮੇਂ ਨਾਲ ਨਾਲ ਚੱਲਦੇ ਨੇ, ਸੁਣਨ ਦਾ ਵੀ ਤੇ ਸਮਝਣ ਦਾ ਵੀ। ਠੀਕ ਹੈ, ਮੈਂ ਤੁਹਾਨੂੰ ਹੁਣ ਬੋਲ ਰਿਹਾ, ਤੁਸੀਂ ਨਾਲ ਦੀ ਨਾਲ ਮੇਰੀ ਗੱਲ ਸਮਝ ਰਹੇ ਹੋ, ਇਹ ਚੀਜ਼ ਆ ਗਈ ਇਸ ਦੇ ਵਿੱਚ। ਅਗਲਾ ਕੁਐਸਚਨ ਹੈ, ਭਾਸ਼ਣਾਂ, ਵਿਚਾਰ ਗੋਸ਼ਟੀਆਂ, ਸੰਮੇਲਨਾਂ ਤੇ ਸੈਮੀਨਾਰਾਂ ਤੋਂ ਲਾਭ ਉਠਾਉਣ ਲਈ ਆਦਮੀ ਨੂੰ ਮਾਹਿਰ ਹੋਣਾ ਚਾਹੀਦਾ ਹੈ। ਦੇਖੋ ਕੋਈ ਵੀ ਕਿਤੇ ਭਾਸ਼ਣ ਚੱਲ ਰਿਹਾ, ਭਾਸ਼ਣ ਸੁਣ ਰਹੇ ਹੋ ਜਾਂ ਤੁਸੀਂ ਦੇ ਰਹੇ ਹੋ, ਸੈਮੀਨਾਰ ਦੇ ਵਿੱਚ ਕਿਸੇ ਦੇ ਵਿੱਚ ਤੁਸੀਂ ਹਿੱਸਾ ਲਿਆ ਹੋਇਆ, ਉਹਨਾਂ ਸਾਰਿਆਂ ਤੋਂ ਕਿਸੇ ਸੰਮੇਲਨ ਹੋ ਰਿਹਾ ਕਾਸੇ ਦੇ, ਠੀਕ ਹੈ, ਵਿਚਾਰ ਗੋਸ਼ਟੀਆਂ ਹੋ ਰਹੀਆਂ ਨੇ, ਉੱਥੇ ਤੁਸੀਂ ਉਹਨਾਂ ਦਾ ਲਾਭ ਉਠਾਉਣਾ ਤੁਸੀਂ। ਠੀਕ ਹੈ, ਆਦਮੀ ਨੂੰ ਕਿਸ ਚੀਜ਼ ਦੇ ਵਿੱਚ ਐਕਸਪਰਟ ਹੋਣਾ ਚਾਹੀਦਾ, ਕਿਹੜੀ ਚੀਜ਼ ਦਾ ਮਾਹਿਰ ਹੋਣਾ ਚਾਹੀਦਾ? ਆਪਸ਼ਨ ਨੇ ਦੇ ਭਾਸ਼ਾ ਦੇ ਸਾਰੇ ਕੌਸ਼ਲਾਂ ਦੇ ਵਿੱਚ, ਮੌਖਿਕ ਕੌਸ਼ਲ ਦੇ ਵਿੱਚ, ਲਿਖਿਤ ਕੌਸ਼ਲ ਦੇ ਵਿੱਚ, ਸੁਣ ਤੇ ਸਮਝਣ ਦੇ ਕੌਸ਼ਲ ਦੇ ਵਿੱਚ। ਇਹ ਆਪਸ਼ਨ ਨੇ ਇਹਦੇ ਵਿੱਚ। ਦੇਖੋ ਜਦੋਂ ਤੁਸੀਂ ਕੋਈ ਵੀ ਭਾਸ਼ਣ ਤੁਹਾਡੇ ਸਾਹਮਣੇ ਕੋਈ ਦੇ ਰਿਹਾ, ਕੋਈ ਵਿਚਾਰ ਤੁਹਾਡੇ ਸਾਹਮਣੇ ਗੋਸ਼ਟੀਆਂ ਕਰ ਰਿਹਾ, ਸੰਮੇਲਨ ਕਰ ਰਿਹਾ, ਸੈਮੀਨਾਰ ਕਰ ਰਿਹਾ, ਤਾਂ ਉੱਥੇ ਤੁਸੀਂ ਕੀ ਕਰਦੇ ਹੋ? ਸੁਣਦੇ ਹੋ ਤੇ ਸਮਝਦੇ ਹੋ ਵੀ ਹਾਂ ਇਹ ਕੀ ਭਾਸ਼ਣ ਦੇ ਵਿੱਚ ਕੀ ਕਹਿਣਾ ਚਾਹੁੰਦਾ, ਕੀ ਕਹਿ ਰਿਹਾ। ਠੀਕ ਹੈ, ਵਿਚਾਰ ਕਿਸ ਤਰ੍ਹਾਂ ਦੇ ਤੁਹਾਨੂੰ ਸੁਣਨ ਨੂੰ ਮਿਲ ਰਹੇ ਨੇ, ਸੈਮੀਨਾਰਾਂ ਦੇ ਵਿੱਚ ਕਿਹੜੇ ਕਿਹੜੇ ਵਿਅਕਤੀ ਆਏ ਨੇ, ਉਹਨਾਂ ਦੇ ਵਿਚਾਰ ਕੀ ਨੇ। ਠੀਕ ਹੈ, ਇਹ ਚੀਜ਼ਾਂ ਤੁਸੀਂ ਸੁਣਦੇ ਹੋ ਤੇ ਸਮਝਦੇ ਹੋ। ਤਾਂ ਓਬਵੀਅਸਲੀ ਸੁਣ ਤੇ ਸਮਝਣ ਦਾ ਕੰਮ ਹੁੰਦਾ ਵਿੱਚ ਭਾਸ਼ਣਾਂ, ਵਿਚਾਰ ਗੋਸ਼ਟੀਆਂ, ਸੰਮੇਲਨਾਂ ਤੇ ਸੈਮੀਨਾਰਾਂ ਦੇ ਵਿੱਚ। ਠੀਕ ਹੈ ਜੀ, ਇਹ ਧਿਆਨ ਦੇ ਵਿੱਚ ਰੱਖਣਾ, ਸੁਣ ਤੇ ਸਮਝਣ ਦਾ ਕੌਸ਼ਲ। ਦੇਖੋ ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਇਹ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ, ਤੁਸੀਂ ਕੁਐਸਚਨ ਨੂੰ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਰੱਖਣਾ। ਅਗਲਾ ਪ੍ਰਸ਼ਨ ਹੈ, ਭਾਸ਼ਾ ਦਾ ਅਮਲੀ ਰੂਪ ਕੀ ਹੈ? ਦੇਖੋ ਪਹਿਲਾਂ ਵਾਲੀ ਗੱਲ ਹੀ ਆ ਗਈ, ਸੇਮ ਕੁਐਸਚਨ ਹੀ ਆ ਗਿਆ। ਦੇਖੋ ਪਹਿਲਾਂ ਸਾਰੇ ਮੈਂ ਤੁਹਾਨੂੰ ਦੱਸਿਆ ਹੀ ਹੋਇਆਗਾ ਵੀ ਭਾਸ਼ਾ ਦਾ ਚਾਹੇ ਅਮਲੀ ਆ ਜੇ, ਅਸਲੀ ਆ ਜੇ, ਮੁੱਢਲਾ ਆ ਜੇ, ਠੀਕ ਹੈ, ਵੀ ਆਧਾਰ ਆ ਜੇ ਭਾਸ਼ਾ ਦਾ ਕੀ ਹੁੰਦਾ, ਤਾਂ ਤੁਸੀਂ ਹਮੇਸ਼ਾ ਕੀ ਆਨਸਰ ਲਗਾਉਣਾ ਹੁੰਦਾ? ਮੌਖਿਕ। ਮੌਖਿਕ ਹੀ ਹੁੰਦਾ ਅਮਲੀ ਰੂਪ। ਅਮਲੀ ਹੁੰਦਾ ਵੀ ਉਹੀ ਮੁੱਢਲਾ, ਠੀਕ ਹੈ, ਜਾਂ ਫਿਰ ਜਿਹਦੇ ਉੱਤੇ ਵੇਸ ਭਾਸ਼ਾ ਕਿਸ ਦੇ ਉੱਪਰ ਆਧਾਰਿਤ ਹੈ, ਜੋ ਕੁਐਸਚਨ ਕੁਛ ਵੀ ਆਵੇ, ਅਸਲੀ ਰੂਪ ਕੀ ਆ ਤਾਂ ਮੌਖਿਕ ਹੈ, ਕਿਉਂਕਿ ਆਪਾਂ ਬੋਲ ਕੇ ਪਹਿਲਾਂ ਸਟਾਰਟਿੰਗ ਆਪਾਂ ਮਤਲਬ ਕਿ ਧੁਨੀਆਂ ਆਪਣੇ ਮੂੰਹ ਦੇ ਵਿੱਚੋਂ ਹੁੰਦੀਆਂ ਨੇ ਸਟਾਰਟਿੰਗ, ਹੈ ਨਾ। ਅਗਲਾ ਕੁਐਸਚਨ ਹੈ 11ਵਾਂ ਕੁਐਸਚਨ ਆਪਣਾ, ਭਾਸ਼ਾ ਦੇ ਸੁਣਨ ਕੌਸ਼ਲ ਤੋਂ ਅਰਥ ਹੈ। ਸੁਣਨ ਦਾ ਜਿਹੜਾ ਆਪਾਂ ਸੁਣਨ ਦਾ ਕੌਸ਼ਲ ਹੈ, ਠੀਕ ਹੈ, ਲਿਸਨਿੰਗ ਦਾ ਜਿਹੜਾ ਸਕਿੱਲ ਆਪਣੇ ਵਿੱਚ, ਉਹਦਾ ਅਰਥ ਕੀ ਹੈ? ਭਾਸ਼ਾ ਨੂੰ ਸੁਣਨਾ ਸਿਰਫ ਇਹੀ ਹੁੰਦਾ, ਧੁਨੀਆਂ ਸੁਣ ਕੇ ਅਰਥ ਗ੍ਰਹਿਣ ਕਰਨੇ, ਭਾਸ਼ਾ ਨੂੰ ਸਮਝਣਾ, ਅਰਥ ਗ੍ਰਹਿਣ ਕਰਨੇ। ਦੇਖੋ ਭਾਸ਼ਾ ਸੁਣਨ ਕੌਸ਼ਲ ਦਾ ਮਤਲਬ ਲਿਸਨਿੰਗ ਕੌਸ਼ਲ ਉਹ ਹੁੰਦਾ, ਸਕਿੱਲ ਉਹ ਹੁੰਦੀ ਹੈ ਜਦੋਂ ਤੁਸੀਂ ਕੋਈ ਵੀ ਚੀਜ਼ ਸੁਣਦੇ ਹੋ, ਦੈਨ ਉਸਦੇ ਅਰਥ ਆ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਉਹਦਾ ਮੀਨਿੰਗ ਪਤਾ ਹੋਣਾ ਚਾਹੀਦਾ, ਉਹਦੇ ਅਰਥ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਉਣੇ ਚਾਹੀਦੇ ਆ, ਉਹ ਚੀਜ਼ ਆ ਜਿਹੜੀ ਉਹ ਸਹੀ ਹੋਏਗੀ। ਤਾਂ ਇਹਦਾ ਰਾਈਟ ਆਨਸਰ ਆਊਗਾ ਰਾਜੇ ਧੁਨੀਆਂ ਸੁਣ ਕੇ ਅਰਥ ਗ੍ਰਹਿਣ ਕਰਨੇ, ਇਹਦਾ ਰਾਈਟ ਆਨਸਰ ਆਊਗਾ। ਵੀ ਕੋਈ ਵੀ ਜਦੋਂ ਆਪਾਂ ਚੀਜ਼ ਸੁਣਦੇ ਆ ਉਹਦੇ ਅਰਥ ਆਪਾਂ ਨੂੰ ਪਤਾ ਹੋਣੇ ਚਾਹੀਦੇ, ਫੇਰ ਹੀ ਤੁਹਾਡਾ ਸੁਣਨ ਕੌਸ਼ਲ ਆ ਜਿਹੜਾ ਸਹੀ ਮੰਨਿਆ ਜਾਊਗਾ। ਠੀਕ ਹੈ, ਹੁਣ ਮੈਂ ਜੇ ਤੁਹਾਡਾ ਜਿਵੇਂ ਹੁਣ ਬਾਅਦ ਦੇ ਵਿੱਚ ਮੈਂ ਤੁਹਾਡੇ ਤੋਂ ਕੁਐਸਚਨਿੰਗ ਕਰਾਂ ਵੀ ਫਲਾਣੇ ਕੁਐਸਚਨ ਦਾ ਕੀ ਆਨਸਰ ਆਊਗਾ, ਜੇ ਤੁਸੀਂ ਚੰਗੀ ਤਰ੍ਹਾਂ ਸੁਣਨਾ, ਤੁਹਾਡਾ ਸੁਣਨ ਕੌਸ਼ਲ ਹੈ ਜਿਹੜੀ ਲਿਸਨਿੰਗ ਸਕਿੱਲ ਹੈ ਜਿਹੜੀ ਬੈਟਰ ਹੈ, ਤੁਸੀਂ ਤਾਂ ਹੀ ਆਨਸਰ ਦੇ ਪਾਓਗੇ। ਠੀਕ ਹੈ, ਅਦਰਵਾਈਜ਼ ਕੋਈ ਫਾਇਦਾ ਨਹੀਂ ਹੈਗਾ ਉਸ ਚੀਜ਼ ਦਾ। ਅਗਲਾ ਕੁਐਸਚਨ ਹੈ ਜੀ, ਸਿੱਖਿਆ ਦਾ ਸਰਵੋਤਮ ਸਾਧਨ ਕੀ ਹੈ? ਐਜੂਕੇਸ਼ਨ ਦਾ ਬੈਸਟ ਜਿਹੜਾ ਆਪਾਂ ਸੋਰਸ ਜਿਹੜਾ ਕੀ ਚੀਜ਼ ਹੁੰਦੀ ਆ, ਉਹ ਪੁੱਛ ਰਿਹਾ ਹੈ ਵੀ ਲਿਪੀ ਹੁੰਦੀ ਹੈ ਜੀ, ਭਾਸ਼ਾ ਹੁੰਦੀ ਆ, ਰੇਡੀਓ ਹੁੰਦਾ ਜਾਂ ਫਿਰ ਟੈਲੀਵਿਜ਼ਨ ਹੁੰਦਾ। ਦੇਖੋ ਬਾਕੀ ਚੀਜ਼ਾਂ ਬਿਨਾਂ ਆਪਾਂ ਨੂੰ ਸਰ ਸਕਦਾ, ਬਟ ਆਪਾਂ ਨੂੰ ਭਾਸ਼ਾ ਬਿਨਾਂ ਬਿਲਕੁਲ ਵੀ ਨਹੀਂ ਸਰ ਸਕਦਾ, ਕਿਉਂਕਿ ਸਾਰੀਆਂ ਚੀਜ਼ਾਂ ਚਾਹੇ ਉਹ ਲਿਪੀ ਆ, ਰੇਡੀਓ, ਟੈਲੀਵਿਜ਼ਨ ਹੈ, ਉਹ ਸਾਰੀਆਂ ਭਾਸ਼ਾ ਦੇ ਉੱਪਰ ਹੀ ਆਧਾਰਿਤ ਹੈ। ਕਈ ਵਾਰੀ ਕੀ ਹੁੰਦਾ, ਐਗਜ਼ਾਮੀਨਰ ਕੀ ਕਰਦਾ ਹੁੰਦਾ, ਇੱਕ ਮੇਨ ਚੀਜ਼ ਪਾਉਂਦਾ ਹੁੰਦਾ ਜਿਹਦੇ ਉੱਤੇ ਬਾਕੀ ਸਾਰੇ ਉਹਦੇ ਹਿੱਸੇ ਹੁੰਦੇ ਆ। ਹੁਣ ਦੇਖੋ ਜੇ ਟੈਲੀਵਿਜ਼ਨ ਚੱਲ ਰਿਹਾ, ਠੀਕ ਹੈ, ਟੈਲੀਵਿਜ਼ਨ ਦੇਖਣ ਦਾ ਵੀ ਫੇਰ ਹੀ ਫਾਇਦਾ, ਜੇ ਉਹਦੇ ਵਿੱਚ ਕੋਈ ਭਾਸ਼ਾ ਹੋਊਗੀ ਫੇਰ ਹੀ ਉਸਨੂੰ ਸਮਝ ਪਾਵਾਂਗੇ। ਉਹਦੇ ਵਿੱਚ ਕੋਈ ਜੋ ਚੱਲ ਰਿਹਾ ਸੀਰੀਅਲ ਵਗੈਰਾ ਜੋ ਕੁਛ ਵੀ ਚੱਲ ਰਿਹਾ, ਚਾਹੇ ਮੂਵੀਜ਼ ਚੱਲ ਰਹੀਆਂ ਨੇ, ਲਿਪੀ ਵੀ ਦੇਖੋ ਭਾਸ਼ਾ ਦਾ ਹੀ ਭਾਗ ਹੈ, ਅਤੇ ਰੇਡੀਓ ਦੇ ਵਿੱਚ ਵੀ ਜੋ ਕੋ ਆਪਾਂ ਸੁਣਾਂਗੇ ਉਹ ਭਾਸ਼ਾ ਦੇ ਵਿੱਚ ਹੀ ਬੋਲਿਆ ਜਾਊਗਾ ਨਾ, ਤਾਂ ਭਾਸ਼ਾ ਹੀ ਸਿੱਖਿਆ ਦਾ ਸਰਵੋਤਮ ਸਾਧਨ ਹੈ। ਠੀਕ ਹੈ, ਹੁਣ ਇਕੱਲਾ ਤੁਹਾਨੂੰ ਇੱਥੇ TV ਰਾਹੀਂ ਤਾਂ ਇਕੱਲਾ ਪੜ੍ਹਾਇਆ ਨਹੀਂ ਨਾ ਜਾ ਸਕਦਾ, ਉਹ ਵੀ ਜਦੋਂ ਬੋਲਾਂਗੇ ਲਿਖਾਂਗੇ ਉਹ ਲੈਂਗੁਏਜ ਹੀ ਹੋਊਗੀ। ਠੀਕ ਹੈ ਜੀ, ਕੋਈ ਰੇਡੀਓ ਰਾਹੀਂ ਤੁਹਾਨੂੰ ਸੁਣਾ ਕੇ ਉਹ ਵੀ ਇੱਕ ਭਾਸ਼ਾ ਹੀ ਹੋਊਗੀ, ਉਹਦੇ ਵਿੱਚ ਵੀ ਬੋਲੀ ਜਾਊਗੀ, ਜਿਹੜੀ ਇਹ ਚੀਜ਼ ਹੈ। ਇਸ ਤੋਂ ਬਾਅਦ ਰਾਜੇ ਨੈਕਸਟ ਕੁਐਸਚਨ ਹੈ ਤੁਹਾਡਾ, ਰਾਸ਼ਟਰੀ ਭਾਸ਼ਾ ਦੇ ਰੂਪ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਕਾਰਜ ਕਿਹੜਾ ਹੈ? ਠੀਕ ਹੈ, ਰਾਸ਼ਟਰੀ ਭਾਸ਼ਾ ਦੇ ਰੂਪ ਵਿੱਚ ਦੇਖੋ ਇੱਕ ਨੈਸ਼ਨਲ ਲੈਂਗੁਏਜ ਹੁੰਦੀ ਆ, ਉਹਦਾ ਕੰਮ ਕੀ ਹੁੰਦਾ? ਠੀਕ ਹੈ, ਆਪਾਂ ਦੇਸ਼ ਦੇ ਵਿੱਚ ਆਪਾਂ ਰਾਸ਼ਟਰੀ ਭਾਸ਼ਾ ਦੀ ਮਾਨਤਾ ਦਿੰਦੇ ਹੁੰਦੇ ਹਾਂ, ਕਿਸੇ ਭਾਸ਼ਾ ਨੂੰ ਦਿੰਦੇ ਹੁੰਦੇ ਹਾਂ, ਜਾਂ ਆਪਾਂ ਕਹਿੰਦੇ ਨੈਸ਼ਨਲ ਲੈਂਗੁਏਜ ਬਣਾ ਦਿੰਦੇ ਹਾਂ। ਉਹ ਕਿਉਂ ਹੁੰਦੀ ਆ? ਇੱਥੇ ਆਪਸ਼ਨ ਨੇ ਦੇਖੋ, ਰਾਸ਼ਟਰੀ ਏਕਤਾ ਪੈਦਾ ਕਰਨ ਦੇ ਲਈ, ਸਾਰੇ ਧਰਮਾਂ ਵਿੱਚ ਏਕਤਾ ਲਿਆਉਣ ਦੇ ਲਈ,
ਲੋਕਾਂ ਨੂੰ ਸਿੱਖਿਅਤ ਕਰਨ ਦੇ ਲਈ, ਰਾਸ਼ਟਰ ਦੀ ਉન્નਤੀ ਕਰਨ ਦੇ ਲਈ। ਠੀਕ ਹੈ ਜੀ। ਤਾਂ ਦੇਖੋ ਹਮੇਸ਼ਾ ਜਿਹੜੀ ਰਾਸ਼ਟਰੀ ਭਾਸ਼ਾ ਜਾਂ ਫਿਰ ਕੋਈ ਰਾਸ਼ਟਰੀ ਪਸ਼ੂ ਜੋ ਵੀ ਬਣਾਇਆ ਜਾਂਦਾ ਨਾ, ਉਹ ਕੋਈ ਚਿੰਨ੍ਹ ਹੁੰਦਾ ਕਾਹਦਾ, ਏਕਤਾ ਦੀ ਚਿੰਨ੍ਹ ਹੁੰਦਾ ਵੀ ਹਾਂ ਇਸ ਨੂੰ ਸਾਰੇ ਮੰਨਦੇ ਆ, ਸਾਰੇ ਇਸ ਦੇਸ਼ ਦੇ ਵਿੱਚ ਇਸ ਨੂੰ ਮਾਨਤਾ ਮਿਲੀ ਹੋਈ ਆ। ਤਾਂ ਮਾਨਤਾ ਇਹ ਆ ਵੀ ਸਾਰੇ ਅਸੀਂ ਇਕੱਠੀਆਂ, ਸਾਰੇ ਲੋਕ ਅਸੀਂ ਇਕੱਠੇ ਹੋਏ ਹਾਂ ਅਤੇ ਸਾਰੇ ਇਸ ਚੀਜ਼ ਨੂੰ ਅਸੀਂ ਐਕਸੈਪਟ ਕਰਦੇ ਹਾਂ ਅਤੇ ਇਸ ਦੀ ਅਸੀਂ ਆਦਰ ਸਤਿਕਾਰ ਕਰਦੇ ਹਾਂ ਅਸੀਂ। ਠੀਕ ਹੈ। ਤਾਂ ਰਾਸ਼ਟਰੀ ਏਕਤਾ ਪੈਦਾ ਕਰਨ ਦੇ ਲਈ ਹੋਊਗਾ ਇਸ ਦਾ ਰਾਈਟ ਆਨਸਰ। ਠੀਕ ਹੈ ਜੀ। ਰਾਸ਼ਟਰੀ ਏਕਤਾ ਪੈਦਾ ਕਰਨ ਦੇ ਲਈ ਰਾਸ਼ਟਰੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਵੱਡਾ ਕਾਰਜ ਰਾਸ਼ਟਰੀ ਭਾਸ਼ਾ ਦਾ ਕੀ ਹੁੰਦਾ, ਰਾਸ਼ਟਰੀ ਏਕਤਾ ਪੈਦਾ ਕਰਨਾ, ਕਿਉਂਕਿ ਉਹ ਸਭ ਤੋਂ ਵੱਧ ਜਿਹੜੀ ਉਸ ਦੇਸ਼ ਦੇ ਲੋਕਾਂ ਦੇ ਦੁਆਰਾ ਬੋਲੀ ਅਤੇ ਸਮਝੀ ਜਾਂਦੀ ਹੈ। ਜੇ ਸਿੱਖਿਆ ਤੋਂ ਜਿਵੇਂ ਆਪਣੇ ਦੇਸ਼ ਦੇ ਵਿੱਚ ਚਲੋ ਵੈਸੇ ਹਿੰਦੀ ਨੂੰ ਜਿਵੇਂ ਰਾਸ਼ਟਰੀ ਭਾਸ਼ਾ ਦਾ ਦਰਜਾ ਦੇਣ ਦੀ ਗੱਲ ਚੱਲ ਰਹੀ ਹੈ। ਠੀਕ ਹੈ। ਨਹੀਂ, ਹਜੇ ਤੱਕ ਤਾਂ ਨਹੀਂ ਮਿਲਿਆ ਰਾਸ਼ਟਰੀ ਭਾਸ਼ਾ ਦਰਜਾ। ਉਹ ਇਸ ਕਰਕੇ ਵੀ ਦੇਸ਼ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹਿੰਦੀ ਬੋਲੀ ਜਾਂਦੀ ਹੈ ਅਤੇ ਲੋਕ ਇਸ ਨੂੰ ਸਮਝਦੇ ਆ ਵੀ ਰਾਸ਼ਟਰੀ ਭਾਸ਼ਾ ਇਸ ਨੂੰ ਬਣਾਉਣਾ ਚਾਹੀਦਾ ਵੀ ਇੱਕ ਹਿੰਦ ਰਾਸ਼ਟਰ ਹੈ, ਹਿੰਦੁਸਤਾਨ ਮਤਲਬ ਕਿ ਇਹਦੇ ਲਈ ਸ਼ਬਦ ਤਾਂ ਹੀ ਯੂਜ਼ ਕੀਤਾ ਹੁੰਦਾ, ਬਟ ਹਜੇ ਤੱਕ ਤਾਂ ਨਹੀਂ ਇਹ ਮਿਲਿਆ। ਬਟ ਇੱਕ ਜਿਹੜੀ ਕਹਿੰਦੇ ਰਾਸ਼ਟਰੀ ਭਾਸ਼ਾ ਹੁੰਦੀ ਆ ਉਹ ਰਾਸ਼ਟਰੀ ਏਕਤਾ ਲਿਆਉਣ ਦੇ ਵਿੱਚ ਮਦਦ ਕਰਦੀ ਹੈ, ਕਿਉਂਕਿ ਸਾਰੇ ਲੋਕ ਉਸ ਦਾ ਆਦਰ ਸਤਿਕਾਰ ਕਰਦੇ ਅਤੇ ਉਸ ਨੂੰ ਐਕਸੈਪਟ ਕਰਦੇ ਆ। ਜੇ ਸਿੱਖਿਆ ਤੋਂ ਭਾਵ ਕਹਿੰਦੇ ਜੀਵਨ ਲਈ ਤਿਆਰੀ ਹੈ ਤਾਂ ਇਸ ਲਈ ਸਭ ਤੋਂ ਮੁੱਖ ਸਾਧਨ ਕੀ ਹੈ, ਪੁਸਤਕਾਲਾ, ਖੇਡਾਂ, ਭਾਸ਼ਾ ਅਤੇ ਪੁਸਤਕਾਂ। ਠੀਕ ਹੈ। ਸਿੱਖਿਆ ਤੋਂ ਭਾਵ ਹੁੰਦਾ ਜੀਵਨ ਦੇ ਲਈ ਤਿਆਰੀ। ਜੀਵਨ ਸਾਨੂੰ ਸਿੱਖਿਆ ਜਿਹੜੀ ਉਹ ਸਾਨੂੰ ਜੀਵਨ ਦੇ ਲਈ ਤਿਆਰ ਕਰਦੀ ਹੈ। ਤਾਂ ਜੀਵਨ ਦੇ ਲਈ ਤਿਆਰ ਕਰਨ ਦੇ ਵੀ ਸਭ ਤੋਂ ਵੱਡਾ ਰੋਲ ਕਿਸ ਦਾ ਹੋਊਗਾ, ਪੁਸਤਕਾਲੇ ਦਾ ਹੋਊ, ਯਾਨੀ ਕਿ ਲਾਇਬ੍ਰੇਰੀ ਦਾ ਹੋਊਗਾ, ਜਾਂ ਫਿਰ ਸਪੋਰਟਸ ਖੇਡਾਂ ਦਾ ਹੋਊਗਾ, ਲੈਂਗੁਏਜ ਦਾ ਹੋਊਗਾ, ਭਾਸ਼ਾ ਦਾ ਯਾਨੀ ਕਿ ਪੁਸਤਕਾਂ ਦਾ ਹੋਊਗਾ, ਜੋ ਬੁੱਕਸ ਹੁੰਦੀਆਂ ਨੇ। ਤਾਂ ਸਭ ਤੋਂ ਇਹਦਾ ਰਾਈਟ ਆਨਸਰ ਹੋਊਗਾ ਭਾਸ਼ਾ। ਠੀਕ ਹੈ ਜੀ। ਭਾਸ਼ਾ ਦੁਆਰਾ ਹੀ ਅਸੀਂ ਜੀਵਨ ਦੀ ਤਿਆਰੀ ਕਰ ਸਕਦੇ ਹਾਂ। ਜੀਵਨ ਦੇ ਵਿੱਚ ਅੱਗੇ ਵਧਣ ਲਈ ਭਾਸ਼ਾ ਬਹੁਤ ਜ਼ਰੂਰੀ ਹੈ। ਜਿਹੜੇ ਦੇਸ਼ ਦੀ ਕੋਈ ਭਾਸ਼ਾ ਹੀ ਨਹੀਂ ਹੈ, ਠੀਕ ਹੈ, ਜਿਸ ਦੀ ਕੋਈ ਭਾਸ਼ਾ ਹੀ ਨਹੀਂ ਹੈ, ਉਹ ਇੱਕ ਜੰਗਲ ਦੇ ਸਮਾਨ ਹੁੰਦਾ ਕੋਈ ਵੀ ਸਮਾਜ ਹੈ ਜਿਹੜਾ। ਠੀਕ ਹੈ। ਭਾਸ਼ਾ ਦੇ ਰਾਹੀਂ ਆਪਾਂ ਇੱਕ ਦੂਜੇ ਨਾਲ ਵਿਚਾਰ ਸਮਝਦੇ ਹਾਂ। ਆਪਣੀ ਤਰੱਕੀ ਦੀ ਇੱਕ ਰਾਹ ਜਿਹੜੀ ਉਹ ਖੋਲ੍ਹਦੀ ਹੈ, ਇੱਕ ਭਾਸ਼ਾ ਖੋਲ੍ਹਦੀ ਹੈ। ਠੀਕ ਹੈ ਜੀ। ਤਾਂ ਸਿੱਖਿਆ ਦਾ ਆਧਾਰ, ਸਿੱਖਿਆ ਨੂੰ ਜੀਵਨ ਨੂੰ ਤਿਆਰ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਜਿਹੜਾ ਉਹ ਭਾਸ਼ਾ ਦਾ ਹੁੰਦਾ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ ਵੀ ਭਾਸ਼ਾ ਦਾ ਸਮਾਜ ਪ੍ਰਤੀ ਸਭ ਤੋਂ ਵੱਡਾ ਕਾਰਜ ਕਿਹੜਾ ਹੁੰਦਾ ਹੈ। ਇੱਕ ਭਾਸ਼ਾ ਸਮਾਜ ਦੇ ਪ੍ਰਤੀ ਸਭ ਤੋਂ ਬਿਹਤਰ ਕੀ ਚੀਜ਼ ਕਰਦੀ ਹੈ ਉਹ ਦੇਖਦੇ ਆਪਾਂ ਵੀ ਭਾਸ਼ਾ ਸਮਾਜ ਦਾ ਗਿਆਨ ਸੁਰੱਖਿਅਤ ਰੱਖਦੀ ਹੈ ਜੀ। ਅਗਲਾ ਆਪਸ਼ਨ ਹੈ ਭਾਸ਼ਾ ਦੇ ਨਾਲ ਸਮਾਜ ਤਰੱਕੀ ਕਰਦਾ ਹੈ। ਭਾਸ਼ਾ ਸਮਾਜ ਵਿੱਚ ਇੱਕ ਸੁਰਤਾ ਲਿਆਉਂਦੀ ਹੈ। ਭਾਸ਼ਾ ਵਿਅਕਤੀ ਨੂੰ ਇੱਕ ਦੂਸਰੇ ਨਾਲ ਜੋੜਦੀ ਹੈ। ਦੇਖੋ ਆਪਸ਼ਨ ਤਾਂ ਸਾਰੇ ਸਹੀ ਲੱਗਦੇ ਆ। ਜੇ ਹੁਣ ਇੱਥੇ ਡੀ ਆਪਸ਼ਨ ਲੱਗੀ ਹੁੰਦੀ ਵੀ ਹਾਂਜੀ, ਇੱਕ ਹੋਰ ਆਪਸ਼ਨ ਲੱਗੀ ਹੁੰਦੀ ਉਪਰੋਕਤ ਸਾਰੇ, ਤਾਂ ਸਾਰੇ ਸਹੀ ਆ ਜਾਂਦਾ। ਬਟ ਆਪਾਂ ਨੂੰ ਸਭ ਤੋਂ ਵੱਡਾ ਕਾਰਜ ਪੁੱਛਿਆ ਇੱਥੇ, ਤਾਂ ਚਲੋ ਇਹ ਆ ਵੀ ਭਾਸ਼ਾ ਦੇ ਸਮਾਜ ਪ੍ਰਤੀ ਕਾਰਜ ਕੀ ਨੇ, ਇਹ ਸਾਰੀ ਕਾਰਜ ਨੇ, ਬਟ ਇਹ ਨਹੀਂ ਪਿਆ ਵੀ ਸਭ ਤੋਂ ਵੱਡਾ ਕਾਰਜ। ਤਾਂ ਸਭ ਤੋਂ ਵੱਡਾ ਕਾਰਜ ਨਹੀਂ ਹੁੰਦਾ ਗਾ, ਇਹ ਵਾਲਾ ਆਪਸ਼ਨ ਆਊਗਾ ਇਹਦਾ ਰਾਜੇ 15 ਦਾ, ਇਹ ਵਾਲਾ ਵੀ ਭਾਸ਼ਾ ਜਿਹੜੀ ਸਮਾਜ ਦਾ ਗਿਆਨ ਸੁਰੱਖਿਅਤ ਰੱਖਦੀ ਆ। ਠੀਕ ਹੈ ਜੀ। ਹੁਣ ਆਪਾਂ ਪੁਰਾਣੇ ਸਮੇਂ ਦੇ ਵਿੱਚ ਦੇਖ ਲਓ, ਆਪਾਂ ਨੂੰ ਕੀ ਪਤਾ ਸੀਗਾ ਵੀ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਕੀ ਸੀ। ਆਪਣੇ ਗੁਰੂ ਹੋਏ ਨੇ, ਹੈ ਨਾ, ਗੁਰੂ ਮਹਾਰਾਜ ਹੋਏ ਨੇ। ਇਸ ਤੋਂ ਇਲਾਵਾ ਆਪਾਂ ਨੂੰ ਹੋਰ ਵੀ ਹਿਸਟਰੀ ਬਾਰੇ ਨੌਲੇਜ ਮਿਲਦੀ ਹੈ ਵੀ ਕਿਹੜੇ ਸਮੇਂ ਦੇ ਵਿੱਚ ਕਿਹੜਾ ਯੁੱਧ ਹੋਇਆ, ਕੀ ਚੀਜ਼ਾਂ ਹੋਈਆਂ। ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਭਾਸ਼ਾ ਦੇ ਦੁਆਰਾ ਹੀ ਮਿਲਦੀਆਂ ਨੇ, ਕਿਉਂਕਿ ਉਹ ਲਿਖਿਆ ਆਪਾਂ ਨੂੰ ਮਿਲਦਾ ਗਾ, ਆਪਾਂ ਉਸ ਦੇ ਬਾਰੇ ਪੜ੍ਹਦੇ ਹਾਂ, ਆਪਾਂ ਸੁਣਦੇ ਹਾਂ। ਠੀਕ ਹੈ। ਉਹ ਸਾਰੀਆਂ ਚੀਜ਼ਾਂ ਨੇ ਵੀ ਭਾਸ਼ਾ ਜਿਹੜੀ ਸਮਾਜ ਦਾ ਗਿਆਨ ਸੁਰੱਖਿਅਤ ਰੱਖਦੀ ਆ, ਇਹੀ ਉਸ ਦੀ ਡਿਵੈਲਪਮੈਂਟ ਹੈ। ਠੀਕ ਹੈ। ਜੇ ਆਪਾਂ ਨੂੰ ਕੁਛ ਮਿਲੀ ਨਾ ਵੀ ਹਾਂ ਪੁਰਾਣੇ ਸਮੇਂ ਦੇ ਵਿੱਚ ਕਿੱਥੋਂ ਡਿਵੈਲਪਮੈਂਟ ਸ਼ੁਰੂ ਹੋਈ ਆ, ਆਪਾਂ ਅੱਗੇ ਡਿਵੈਲਪ ਹੋ ਹੀ ਨਹੀਂ ਸਕਦੇ। ਤਾਂ ਭਾਸ਼ਾ ਇਹ ਸਾਰੀਆਂ ਚੀਜ਼ਾਂ ਨੂੰ ਅੱਗੇ ਵਧਾਉਂਦੀ ਆ। ਭਾਸ਼ਾ ਸਮਾਜ ਦੇ ਗਿਆਨ ਨੂੰ ਸੁਰੱਖਿਅਤ ਰੱਖਦੀ ਆ। ਆਪਾਂ ਨੂੰ ਸਾਰਾ ਜਿਹੜਾ ਗਿਆਨ ਆ ਉਹ ਭਾਸ਼ਾ ਦੁਆਰਾ ਹੀ ਮਿਲਦਾ। ਇਹ ਦੇਖੋ ਇੱਕ ਕੋਟੇਸ਼ਨ ਹੈਗੀ। ਠੀਕ ਹੈ। ਇੱਕ ਮਤਲਬ ਕਿ ਪਰਿਭਾਸ਼ਾ ਦਿੱਤੀ ਹੋਈ ਹੈਗੀ, ਵੈਰੀ ਇੰਪੋਰਟੈਂਟ ਹੈ ਇਹ ਰਾਜੇ ਨੂੰ ਧਿਆਨ ਨਾਲ ਕਰ ਲੈਣਾ। ਇਹ ਸ਼ਬਦ ਕਹਿੰਦੇ ਹਨ, ਕਹਿੰਦੇ ਭਾਸ਼ਾ ਇੱਕ ਉਪਕਰਨ ਹੈ। ਠੀਕ ਹੈ ਜੀ। ਭਾਸ਼ਾ ਇੱਕ ਸਾਧਨ ਹੈ। ਇਹ ਇੱਕ ਸਾਧਨ ਹੈ ਜੀ ਭਾਸ਼ਾ। ਠੀਕ ਹੈ। ਆਨੰਦ, ਪ੍ਰਸੰਨਤਾ ਅਤੇ ਗਿਆਨ ਦਾ ਇੱਕ ਨਿਰਦੇਸ਼ਕ ਹੈ। ਠੀਕ ਹੈ ਜੀ। ਕਈ ਸ਼ਬਦ ਯੂਜ਼ ਕੀਤੇ। ਦੇਖੋ ਇੱਕ ਭਾਸ਼ਾ ਕਹਿੰਦੇ ਉਪਕਰਨ ਵੀ ਹੈ, ਇੱਕ ਸਾਧਨ ਵੀ ਹੈ। ਆਨੰਦ, ਪ੍ਰਸੰਨਤਾ ਅਤੇ ਗਿਆਨ ਦਾ। ਠੀਕ ਹੈ। ਆਨੰਦ ਦਿੰਦੀ ਹੈ ਜੋ ਸਾਨੂੰ, ਅਤੇ ਪ੍ਰਸੰਨਤਾ ਦਿੰਦੀ ਹੈ ਅਤੇ ਗਿਆਨ ਦਿੰਦੀ ਹੈ ਜਿਹੜੀ ਭਾਸ਼ਾ। ਅਤੇ ਇੱਕ ਨਿਰਦੇਸ਼ਕ ਸਾਨੂੰ ਇੱਕ ਨਿਰਦੇਸ਼ ਦਿੰਦੀ ਆ ਵੀ ਕੀ ਚੀਜ਼, ਇੱਕ ਸੀਕੁਐਂਸ ਜਾਂ ਆਰਡਰ ਕਹਿ ਸਕਦੇ ਆਪਾਂ ਦਿੰਦੀ ਹੈ ਜ਼ਿੰਦਗੀ ਦੇ ਵਿੱਚ। ਤਾਂ ਇਹ ਕਿਹਦੇ ਨੇ, ਠੀਕ ਹੈ, ਰੁਚੀਆਂ ਦੇ ਭਾਵਨਾਵਾਂ ਦਾ ਇੱਕ ਨਿਰਦੇਸ਼ ਹੈ। ਤਾਂ ਇਹ ਵਿਚਾਰ ਨੇ ਰਾਜੇ ਰਾਏਵਰਨ ਦੇ। ਠੀਕ ਹੈ ਜੀ। ਰਾਏਵਰਨ ਇਸ ਵਿਅਕਤੀ ਦੇ ਇਹ ਵਿਚਾਰ ਨੇਗੇ। ਠੀਕ ਹੈ। ਧਿਆਨ ਦੇ ਵਿੱਚ ਰੱਖਣਾ ਇਹ ਕੋਟੇਸ਼ਨ। ਅਤੇ ਇਸ ਤੋਂ ਬਾਅਦ ਅਗਲਾ ਕੁਐਸਚਨ ਹੈ ਭਾਸ਼ਾ ਦੇ ਮੌਖਿਕ ਗਿਆਨ ਤੋਂ ਬਗੈਰ ਮਨੁੱਖ ਨੂੰ ਕਿਹੋ ਜਿਹਾ ਮਨੁੱਖ ਆਖਿਆ ਜਾਵੇਗਾ। ਵੀ ਜਿਸ ਵਿਅਕਤੀ ਨੂੰ ਮੌਖਿਕ ਗਿਆਨ ਠੀਕ ਹੈ, ਮੌਖਿਕ ਗਿਆਨ ਮਤਲਬ ਹੋਊਗਾ ਵੀ ਬੋਲਣ ਦੀ ਹੀ ਹਜੇ ਮਤਲਬ ਕਿ ਭਾਸ਼ਾ ਉਚਾਰਨ ਦੀ ਹੀ ਨੌਲੇਜ ਨਹੀਂ ਹੈਗੀ, ਤਾਂ ਉਹ ਵਿਅਕਤੀ ਕਿਹਾ ਜਾ ਹੋਊਗਾ।
ठीक है। तो इतने ऑप्शन ने चलाक होगा, बुद्धिमान होगा, जंगली होगा ਜਾਂ ਮਹਾਮਾਨਵ ਹੋਊਗਾ। ਤਾਂ ਓਬਵੀਅਸਲੀ ਜਿਸ ਬੱਚੇ ਨੂੰ ਹੁਣ ਲੈਂਗੁਏਜ ਬੋਲਣੀ ਤੱਕ ਨਹੀਂ ਆਉਂਦੀ ਆਪਾਂ ਉਸ ਨੂੰ ਕੀ ਕਹਾਂਗੇ, ਜੰਗਲੀ ਹੀ ਕਹਾਂਗੇ। ਠੀਕ ਹੈ। ਹੁਣ ਇੱਕ ਬੱਚਾ ਜਿਹੜਾ ਜੰਗਲ ਦੇ ਵਿੱਚ ਹੁੰਦਾ, ਜਿਹੜਾ ਇੱਕ ਬੱਚਾ ਸਮਾਜ ਦੇ ਵਿੱਚ ਪੜ੍ਹ ਰਿਹਾ, ਤਾਂ ਜੰਗਲ ਵਾਲੇ ਬੱਚੇ ਨੂੰ ਤਾਂ ਮੌਖਿਕ ਭਾਸ਼ਾ ਦਾ ਗਿਆਨ ਹੀ ਨਹੀਂ ਹੋਊਗਾ ਵੀ ਕਿਵੇਂ ਬੋਲਾਂਗੇ, ਕਿਹੜੇ ਚੀਜ਼ ਨੂੰ ਕੀ ਸ਼ਬਦ ਕਿਹਾ ਜਾ, ਕਿਹੜਾ ਸ਼ਬਦ ਯੂਜ਼ ਕਰਾਂਗੇ ਕਿਸੇ ਚੀਜ਼ ਵਾਸਤੇ, ਹੈ ਨਾ। ਤਾਂ ਇਹ ਹੋਊਗਾ ਜੰਗਲੀ। ਠੀਕ ਹੈ ਜੀ। ਅਗਲਾ ਕੁਐਸਚਨ ਹੈ, ਅਧਿਆਪਨ ਸਿੱਖਣ ਪ੍ਰਣਾਲੀ ਦਾ ਅਹਿਮ ਕਾਰਕ ਕੀ ਹੈ। ਸਭ ਤੋਂ ਅਹਿਮ ਕਾਰਕ, ठीक है, टीचिंग जो टीचिंग लर्निंग है। ठीक है जी, इंग्लिश शब्द का ये यूज़ करेंगे अपा जी, टीचिंग लर्निंग। ठीक है जी, टीचिंग लर्निंग का सब तो मेन फैक्टर कारक ਨੂੰ ਆਪਾਂ ਕਹਾਂਗੇ ਇੰਗਲਿਸ਼ ਦੇ ਵਿੱਚ ਫੈਕਟਰ ਕੀ ਹੈ ਇਹਦੇ ਵਾਸਤੇ, ਟੀਚਿੰਗ ਲਰਨਿੰਗ ਵਾਸਤੇ। ਦੇਖੋ ਇੱਥੇ ਆਪਸ਼ਨਾਂ ਨੇ ਪਾਠਕ੍ਰਮ ਤੁਹਾਡਾ ਜੋ ਕਰਿਕੂਲਮ, ਠੀਕ ਹੈ, ਸਿੱਖਿਆਰਥੀ ਨੇ, ਪੁਸਤਕਾਂ ਜਾਂ ਫਿਰ ਸਰੀਰਕ ਸੁਵਿਧਾਵਾਂ। ਠੀਕ ਹੈ। ਤਾਂ ਟੀਚਿੰਗ ਲਰਨਿੰਗ, ਟੀਚਰ ਦਾ ਕੰਮ ਕਿਸ ਨੂੰ ਹੁੰਦਾ, ਪੜ੍ਹਾਉਣਾ, ਬੱਚਿਆਂ ਨੂੰ ਪੜ੍ਹਾਉਣਾ, ਸਿੱਖਿਆਰਥੀ ਨੂੰ ਪੜ੍ਹਾਉਣਾ। ਤਾਂ ਸਿੱਖਿਆਰਥੀ ਹੀ ਜਿਹੜਾ ਟੀਚਿੰਗ ਲਰਨਿੰਗ ਪ੍ਰੋਸੈਸ ਦਾ ਮੇਨ ਫੈਕਟਰ ਹੈ ਬਾਕੀ ਚੀਜ਼ਾਂ ਦੇ ਮੁਕਾਬਲੇ। ਹੁਣ ਅਧਿਆਪਕ ਤਾਂ ਸਿਰਫ ਬੱਚੇ 'ਤੇ ਉੱਪਰ ਹੀ ਫੋਕਸ ਕਰੂਗਾ, ਉਸਨੂੰ ਕਿਤਾਬਾਂ ਕਰਿਕੂਲਮ ਦਾ ਵੀ ਕੁਝ ਨਹੀਂ ਕਰਨਾ, ਦੇਖੋ ਪਾਠਕ੍ਰਮ ਦਾ, ਪੁਸਤਕਾਂ ਦਾ ਵੀ ਕੁਝ ਨਹੀਂ ਕਰਨਾ, ਸਰੀਰਕ ਸੁਵਿਧਾਵਾਂ ਦਾ ਵੀ ਕੁਝ ਨਹੀਂ ਕਰਨਾ। ਇਹ ਸਾਰੀਆਂ ਚੀਜ਼ਾਂ ਬੇਸਡ ਨੇ ਸਿੱਖਿਆਰਥੀ ਦੇ ਉੱਪਰ, ਇੱਕ ਬੱਚੇ ਦੇ ਉੱਪਰ ਬੇਸਡ ਨੇ। ਠੀਕ ਹੈ। ਤਾਂ ਸਾਰੀ ਟੀਚਿੰਗ ਲਰਨਿੰਗ ਜਿਹੜਾ ਪ੍ਰੋਸੈਸ ਆ ਉਹ ਸਿੱਖਿਆਰਥੀ ਜਾਣੀ ਕਿ ਬੱਚੇ ਦੇ ਉੱਪਰ ਆਧਾਰਿਤ ਹੋਊਗਾ। ਇਹ ਮੇਨ ਫੈਕਟਰ ਹੈਗਾ ਟੀਚਿੰਗ ਲਰਨਿੰਗ ਪ੍ਰੋਸੈਸ ਦਾ। ਇਸ ਤੋਂ ਅਗਲਾ ਕੁਐਸਚਨ ਹੈ, ਇੱਕ ਟੀਚਰ ਦੇ ਤੌਰ 'ਤੇ ਤੁਸੀਂ ਟੀਚਰ ਦਾ ਕਿਹੜਾ ਤਰੀਕਾ ਅਪਣਾਉਣ ਨੂੰ ਪ੍ਰਾਥਮਿਕਤਾ ਦਿਓਗੇ। ਤੁਸੀਂ ਇੱਕ ਟੀਚਰ ਹੋ, ਅਧਿਆਪਕ ਹੋ, ਤਾਂ ਤੁਸੀਂ ਕਿਹੜਾ ਇਹਨਾਂ ਵਿੱਚੋਂ ਪਹਿਲਾਂ ਅਪਣਾਓਗੇ, ਕਿਹੜਾ ਤਰੀਕਾ। ਇੱਥੇ ਆਪਸ਼ਨਾਂ ਨੇ, ਪ੍ਰਸ਼ਨ ਉੱਤਰ ਪ੍ਰਣਾਲੀ ਨੂੰ ਅਪਣਾਓਗੇ, ਦੂਸਰੀ ਆਪਸ਼ਨ ਹੈ ਪ੍ਰੋਜੈਕਟ ਦਾ ਤਰੀਕਾ ਅਪਣਾਓਗੇ, ਲੈਕਚਰ ਮੈਥਡ ਅਪਣਾਓਗੇ, ਜਾਂ ਫਿਰ ਅਗਲਾ ਹੈਗਾ ਪ੍ਰਦਰਸ਼ਨ ਵਿਧੀ। ਠੀਕ ਹੈ ਜੀ। ਇਹ ਚਾਰ ਚੀਜ਼ਾਂ ਨੇ, ਡੈਮੋਸਟ੍ਰੇਸ਼ਨ ਮੈਥਡ ਕਹਿੰਦੇ ਨੇ ਇਹਨੂੰ ਪ੍ਰਦਰਸ਼ਨ ਇੰਗਲਿਸ਼ ਦੇ ਵਿੱਚ। ਦੇਖੋ ਜਦੋਂ ਇੱਕ ਪਹਿਲਾਂ ਸਟਾਰਟਿੰਗ ਕਰਨੀ ਹੈ ਤਾਂ ਤੁਸੀਂ ਹਮੇਸ਼ਾ ਪ੍ਰੋਜੈਕਟ ਦਾ ਤਰੀਕਾ ਅਪਣਾਓਗੇ। ਬੱਚੇ ਨੂੰ ਪ੍ਰੋਜੈਕਟ ਦਿੱਤਾ ਵੀ ਹਾਂ ਤੁਸੀਂ ਕੋਈ ਚੀਜ਼ ਆ ਇਹਦੇ ਉੱਪਰ ਪ੍ਰੋਜੈਕਟ ਬਣਾ ਕੇ ਲੈ ਕੇ ਆਓ, ਆਪਦੇ ਸ਼ਬਦਾਂ ਦੇ ਵਿੱਚ, ਆਪਦੇ ਤੁਸੀਂ ਜੋ ਸਵੈ ਪ੍ਰਗਟਾ, ਜਿਵੇਂ ਬੱਚੇ ਨੂੰ ਕਹਿੰਦੇ ਵੀ ਆਪਾਂ ਕਹਿੰਦੇ ਵੀ ਤੂੰ ਇੱਕ ਚੀਜ਼ ਦੇ ਉੱਪਰ ਪ੍ਰੋਜੈਕਟ ਤਿਆਰ ਕਰ ਲਿਆ। ਠੀਕ ਹੈ। ਜਿਵੇਂ ਤੁਹਾਨੂੰ ਠੀਕ ਲੱਗੂਗਾ। ਆਪਾਂ ਬੱਚੇ ਦੀ ਕੀ ਚੈੱਕ ਕਰਨੀ ਆ, ਉਹਦੀ ਅਬਿਲਿਟੀ ਚੈੱਕ ਕਰਨੀ ਵੀ ਬੱਚੇ ਨੂੰ ਕਿਸ ਤਰ੍ਹਾਂ ਦੀ ਨੌਲੇਜ ਹੈ। ਪ੍ਰਸ਼ਨ ਉੱਤਰਾਂ ਰਾਹੀਂ ਚਲੋ ਬੱਚਾ, ਆਪਾਂ ਹਰ ਇੱਕ ਤੋਂ, ਚਲੋ ਕਲਾਸ ਵੱਡੀ ਹੈ, ਆਪਾਂ ਹਰ ਇੱਕ ਬੱਚੇ ਤੋਂ ਕੁਐਸਚਨ ਵੀ ਨਹੀਂ ਪੁੱਛ ਸਕਦੇ, ਆਪਾਂ ਹਰ ਇੱਕ ਬੱਚੇ ਨੂੰ ਪ੍ਰੋਜੈਕਟ ਦੇ ਸਕਦੇ ਹਾਂ। ਤਾਂ ਬਿਹਤਰ ਤਰੀਕਾ ਪ੍ਰੋਜੈਕਟ ਤਰੀਕਾ। ਠੀਕ ਹੈ ਜੀ, ਪਹਿਲਾ ਤਰੀਕਾ ਜੋ ਤੁਸੀਂ ਟੀਚਰ ਹੋਣ ਦੇ ਨਾਤੇ ਅਪਣਾਓਗੇ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ 20ਵਾਂ ਕੁਐਸਚਨ, ਬੱਚਿਆਂ ਨੂੰ ਜਮਾਤ ਵਿੱਚ ਕਿਰਿਆਸ਼ੀਲ ਤੇ ਸੁਚੇਤ ਕੀ ਚੀਜ਼ ਕਰਦੀ ਹੈ। ਬੱਚੇ ਐਕਟਿਵ ਰਹਿਣ। ਠੀਕ ਹੈ। ਹਰ ਇੱਕ ਜੋ ਤੁਸੀਂ ਕਰਵਾ ਰਹੇ ਹੋ ਚੰਗੀ ਤਰ੍ਹਾਂ ਉਸਨੂੰ ਸੁਣਨ ਅਤੇ ਉਸਦਾ ਜਵਾਬ ਦੇਣ ਜੋ ਤੁਸੀਂ ਉਸ ਚੀਜ਼ ਨੂੰ ਪੁੱਛੋ। ਇਹਦੇ ਆਪਸ਼ਨ ਨੇ, ਪੇਸ਼ਕਾਰੀ ਵਿੱਚ ਭਿੰਨਤਾ ਹੋਣੀ ਚਾਹੀਦੀ ਹੈ, ਅਗਲਾ ਵੀ ਰੰਗਦਾਰ ਰੇਖਾ ਚਿੱਤਰ ਹੋਣੇ ਚਾਹੀਦੇ ਹੈ, ਉਦਾਹਰਨਾਂ ਦੇਣੀ ਚਾਹੀਦੀਆਂ ਨੇ, ਪ੍ਰਭਾਵਸ਼ਾਲੀ ਲੈਕਚਰ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਵੀ ਬੱਚੇ ਐਕਟਿਵ ਹੋਣ। ਜ਼ਿਆਦਾਤਰ ਮੋਸਟਲੀ ਸੋਚਣਗੇ ਸਰ ਅਸੀਂ ਪ੍ਰਭਾਵਸ਼ਾਲੀ ਲੈਕਚਰ ਦੇ ਦਾਂਗੇ, ਵੀ ਪੂਰਾ ਤਗੜਾ ਲੈਕਚਰ ਦੇ ਦਾਂਗੇ, ਇਹਦੇ ਨਾਲ ਬੱਚੇ ਨੇ ਜਿਹੜੇ ਐਕਟਿਵ ਰਹਿਣਗੇ। ਤਾਂ ਹਰ ਇੱਕ ਬੱਚੇ ਦੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਵੀ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਉਸ ਚੀਜ਼ ਦੇ ਉੱਪਰ ਪਕੜ ਕਰ ਸਕੇ। ਤਾਂ ਆਪਾਂ ਇਫੈਕਟਿਵ ਲੈਕਚਰ ਨੂੰ ਇਹਦੇ ਵਿੱਚ ਨਹੀਂ ਆਨਸਰ ਲਗਾ ਸਕਦੇ, ਆਪਾਂ ਇਹਦੇ ਵਿੱਚ ਆਨਸਰ ਲਾਵਾਂਗੇ ਪੇਸ਼ਕਾਰੀ ਵਿੱਚ ਭਿੰਨਤਾ। ਠੀਕ ਹੈ ਜੀ। ਪੇਸ਼ਕਾਰੀ ਮਤਲਬ ਕੀ ਹੋਗਾ, ਇੱਥੇ ਵੀ ਕੋਈ ਚੀਜ਼ ਆਪਾਂ ਪਰਫੋਰਮੈਂਸ ਕਰਨੀ ਹੈ ਤਾਂ ਹਰ ਇੱਕ ਬੱਚੇ ਦੀ ਪਰਫੋਰਮੈਂਸ ਦੂਜੇ ਤੋਂ ਅਲੱਗ ਹੁੰਦੀ ਹੈ, ਤਾਂ ਇਹ ਉਹਨਾਂ ਨੂੰ ਕਿਰਿਆਸ਼ੀਲ ਬਣਾਊਗੀ। ਜੇ ਹੁਣ ਸਾਰੇ ਬੱਚੇ ਇੱਕੋ ਜਿਹਾ ਮਤਲਬ ਕਿ ਪਰਫੋਰਮੈਂਸ ਦਿਖਾਉਣਗੇ ਤਾਂ ਉਹ ਬੱਚੇ ਕਰਨਗੇ ਵੀ ਚਲੋ ਵੀ ਸਾਡਾ ਤਾਂ ਸੇਮ ਹੈ। ਜੇ ਉਹਨਾਂ ਵਿੱਚ ਕੀ ਹੋਊਗੀ, ਉਹਨਾਂ ਦੀ ਪਰਫੋਰਮੈਂਸ ਅਲੱਗ-ਅਲੱਗ ਹੋਊਗੀ, ਤਾਂ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਕੰਪੀਟੀਸ਼ਨ ਹੋਊਗਾ ਅਤੇ ਬੱਚੇ ਜਿਹੜੇ ਉਸ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਨਗੇ ਕਿਸੇ ਵੀ ਚੀਜ਼ ਨੂੰ। ਠੀਕ ਹੈ ਜੀ। ਤਾਂ ਮਤਲਬ ਇੱਕ ਦੂਜੇ ਨਾਲ ਕੰਪੀਟੀਸ਼ਨ ਹੋ ਜੂ ਉਹਨਾਂ ਦਾ, ਇੱਕ ਦੂਜੇ ਨਾਲ ਮਤਲਬ ਕਿ ਇੱਕ ਦੂਜੇ ਨਾਲ ਮੁਕਾਬਲਾ, ਹੈ ਨਾ, ਮੁਕਾਬਲਾ ਹੋਊਗਾ। ਮੁਕਾਬਲਾ ਜਦੋਂ ਹੋਊਗਾ ਤਾਂ ਓਬਵੀਅਸਲੀ ਇੱਕ ਬੱਚਾ ਦੂਸਰੇ ਬੱਚੇ ਤੋਂ ਬਿਹਤਰ ਕਰਨ ਦੇ ਲਈ ਆਪਦੇ ਆਪ ਨੂੰ ਜ਼ਿਆਦਾ ਐਕਟਿਵ ਕਰੂਗਾ। ਤਾਂ ਇਹ ਆ ਵੀ ਪੇਸ਼ਕਾਰੀ ਪਰਫੋਰਮੈਂਸ ਵਿੱਚ ਵਿਭਿੰਨਤਾ। ਠੀਕ ਹੈ, ਡਿਫਰੈਂਸ ਆਫ ਪਰਫੋਰਮੈਂਸ। ਠੀਕ ਹੈ। ਇਸ ਤੋਂ ਬਾਅਦ ਅਗਲਾ ਗਾ ਵੀ ਆਪਣੀ ਸ਼੍ਰੇਣੀ ਵਿੱਚ ਹੌਲੀ ਸਿੱਖਣ ਵਾਲੇ ਨਾਲ ਤੁਸੀਂ ਕਿਸ ਪ੍ਰਕਾਰ ਦਾ ਵਰਤਾਓ ਕਰੋਗੇ। ਇੱਕ ਬੱਚਾ ਜਿਹੜਾ ਤੁਹਾਡੀ ਕਲਾਸ ਦੇ ਵਿੱਚ ਸਾਰੇ ਬੱਚਿਆਂ ਤੋਂ ਪੜ੍ਹਨ ਦੇ ਵਿੱਚ ਪਿੱਛੇ ਆ, ਤਾਂ ਤੁਸੀਂ ਸਿੱਖ ਰਿਹਾ ਹੌਲੀ ਹੌਲੀ ਹੋ, ਤਾਂ ਹੌਲੀ ਸਿੱਖਣ ਦਾ ਮਤਲਬ ਕਿ ਤੁਸੀਂ ਕਿਸ ਤਰ੍ਹਾਂ ਦਾ ਉਹਦੇ ਪ੍ਰਤੀ ਤਰੀਕਾ ਅਪਣਾਓਗੇ, ਵੀ ਕਿਹੜਾ ਵਰਤਾਓ ਉਹਦੇ ਲਈ ਅਪਣਾਓਗੇ। ਤਾਂ ਉਸਨੂੰ ਨਜ਼ਰਅੰਦਾਜ਼ ਕਰ ਦੋਗੇ ਵੀ ਚਲੋ ਠੀਕ, ਘੱਟ ਸਿੱਖ ਰਿਹਾ ਤਾਂ ਕੋਈ ਚੱਕਰ ਨਹੀਂ। ਇਸ ਤੋਂ ਬਾਅਦ ਉਸਨੂੰ ਮਾਰੋਗੇ ਵੀ ਤੂੰ ਘੱਟ ਪੜ੍ਹਦਾ ਦੂਸਰੇ ਬੱਚਿਆਂ ਦੇ ਮੁਕਾਬਲੇ। ਠੀਕ ਹੈ। ਇਸ ਤੋਂ ਬਾਅਦ ਉਸ ਨਾਲ ਮਨੋਵਿਗਿਆਨਿਕ ਤੌਰ 'ਤੇ ਵਰਤਾਓ ਕਰੋਗੇ, ਉਸ ਨੂੰ ਵਧੇਰੇ ਹੋਮਵਰਕ ਦਿਓਗੇ। ਠੀਕ ਹੈ ਜੀ। ਤੁਸੀਂ CDP ਕਰੀਏ ਤਾਂ ਤੁਸੀਂ CDP ਦੀ ਸਾਈਕੋਲੋਜੀ ਪੜ੍ਹੀ ਹੈ, ਸਾਈਕੋਲੋਜੀ। ਠੀਕ ਹੈ। ਉਹ ਚੀਜ਼ ਆ ਵੀ ਹਰ ਇੱਕ ਬੱਚੇ ਨੂੰ ਤੁਸੀਂ ਸਮਝਣਾ
ਚਾਈਲਡ ਸੈਂਟਰਡ ਐਜੂਕੇਸ਼ਨ ਦੇ ਉੱਪਰ ਸਾਰੀ ਚੀਜ਼ ਬੇਸਡ ਆ ਵੀ ਬੱਚੇ ਨੂੰ ਤੁਸੀਂ ਜ਼ਿਆਦਾ ਇੰਪੋਰਟੈਂਸ ਦੇਣੀ, ਤਾਂ ਇਸਦਾ ਆਨਸਰ ਵੀ ਇਹ ਹੋਊਗਾ। ਉਸ ਨਾਲ ਮਨੋਵਿਗਿਆਨਿਕ ਤੌਰ ਤੇ ਵਰਤਾਓ ਕਰੋਗੇ, ਉਸਦੇ ਮਤਲਬ ਕਿ ਇੰਡੀਵਿਜੂਅਲ ਡਿਫਰੈਂਸ ਨੂੰ ਧਿਆਨ ਦੇ ਵਿੱਚ ਰੱਖੋਗੇ ਵੀ ਬੱਚੇ ਦੇ ਵਿੱਚ ਕੋਈ ਕਮੀ ਹੋ ਸਕਦੀ ਹੈ, ਉਹ ਅਸੀਂ ਦੂਰ ਕਰਨਾ। ਡਾਇਗਨੋਸਟਿਕ ਮੈਥਡ ਤੁਸੀਂ ਸੁਣਿਆਗਾ, ਠੀਕ ਹੈ, ਜੋ ਹੈ ਰੈਮੀਡੀਅਲ ਟੀਚਿੰਗ ਤੁਸੀਂ ਸ਼ਬਦ ਸੁਣੇ ਨੇ, ਉਹਨਾਂ ਦਾ ਤੁਸੀਂ ਪ੍ਰਯੋਗ ਕਰੋਗੇ। ਡਾਇਗਨੋਸਟਿਕ ਟੈਸਟ ਬੱਚੇ ਦੀਆਂ ਕਮੀਆਂ ਲੱਭੋਗੇ ਵੀ ਕਿੱਥੇ ਪਿੱਛੇ ਕਿਉਂ, ਰੀਜ਼ਨ ਕੀ ਹੈ ਉਸ ਚੀਜ਼ ਦਾ। ਰੈਮੀਡੀਅਲ ਟੀਚਿੰਗ ਹੁੰਦਾ ਵੀ ਉਸ ਨੂੰ ਦੂਰ ਕਰਨ ਦੇ ਲਈ ਤੁਸੀਂ ਕੋਸ਼ਿਸ਼ ਕਰੋਗੇ, ਹੈ ਨਾ ਜੀ, ਉਹ ਚੀਜ਼ ਹੈ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ, ਜੇ ਬੱਚੇ ਵਿੱਚ ਕਿਰਿਆਸ਼ੀਲ ਨਹੀਂ ਹੁੰਦੇ, ਜੇ ਬੱਚੇ ਕਲਾਸ ਵਿੱਚ ਲਗਾ ਲਓ, ਜੇ ਬੱਚੇ ਕਲਾਸ ਵਿੱਚ ਕਿਰਿਆਸ਼ੀਲ ਨਹੀਂ ਹੁੰਦੇ ਤਾਂ ਤੁਸੀਂ ਕੀ ਕਰੋਗੇ, ਤੁਸੀਂ ਕਿਹੜੀ ਚੀਜ਼ ਬਣਾਓਗੇ। ਬੱਚੇ ਨੇ ਜਿਹੜੇ ਉਹ ਐਕਟਿਵ ਨਹੀਂ ਹੈਗੇ, ਠੀਕ ਹੈ। ਇਹਦੇ ਵਿੱਚ ਆਪਸ਼ਨ ਨੇ ਵੀ ਵਿਦਿਆਰਥੀਆਂ ਦੀਆਂ ਰੁਚੀਆਂ ਬਾਰੇ ਜਾਂਚ ਕਰੋਗੇ, ਅਧਿਆਪਕ ਦੇ ਸਮਾਨ ਦੀ ਸਮੀਖਿਆ ਕਰੋਗੇ, ਪੜ੍ਹਾਉਣ ਦੇ ਢੰਗ ਬਦਲੋਗੇ, ਇਹ ਸਾਰੇ ਕੰਮ ਕਰੋਗੇ, ਠੀਕ ਹੈ ਜੀ। ਇਹ ਚੀਜ਼ ਹੈ ਇਸ ਦੇ ਵਿੱਚ। ਦੇਖੋ ਆਪਾਂ ਨੂੰ ਇਹ ਜਦੋਂ ਦੇਖੋ ਇਹਦੇ ਵਿੱਚ ਇਹ ਤਾਂ ਨਹੀਂ ਕਿਹਾ ਹੋਇਆ ਵੀ ਇੱਕ ਖਾਸ ਚੀਜ਼ ਕਰੋਗੇ, ਤਾਂ ਜੇ ਉੱਥੇ ਲਿਖਿਆ ਹੁੰਦਾ ਵੀ ਕੋਈ ਖਾਸ ਤਰੀਕਾ ਅਪਣਾਓਗੇ ਜਾਂ ਇੱਕ ਇਹਦੇ ਵਿੱਚੋਂ ਮੋਸਟ ਇਫੈਕਟਿਵ ਤਰੀਕਾ ਕੀ ਹੋਊਗਾ, ਪ੍ਰਭਾਵਸ਼ਾਲੀ ਤਰੀਕਾ, ਤਾਂ ਆਪਾਂ ਇੱਕ ਆਪਸ਼ਨ ਚੂਜ਼ ਕਰ ਸਕਦੇ ਸੀ, ਬਟ ਇੱਦਾਂ ਇਹਦੇ ਵਿੱਚ ਕੁਛ ਨਹੀਂ ਲਿਖਿਆ। ਤਾਂ ਆਪਾਂ ਇਹਦੇ ਵਿੱਚ ਸਾਰੇ ਕੰਮ ਕਰਾਂਗੇ, ਪੜ੍ਹਾਉਣ ਦੇ ਤਰੀਕੇ ਵੀ ਬਦਲਾਂਗੇ, ਆਪਦੇ ਸਮਾਨ ਦੀ ਜੋ ਅਸੀਂ ਟੀਚਿੰਗ ਮਟੀਰੀਅਲ ਯੂਜ਼ ਕਰਨੇ ਆ ਉਸ ਦੀ ਸਮੀਖਿਆ ਵੀ ਕਰਾਂਗੇ, ਜਾਂਚ ਕਰਾਂਗੇ, ਹੈ ਨਾ। ਵਿਦਿਆਰਥੀਆਂ ਦੀ ਜੋ ਰੁਚੀ ਨੇ ਉਹਨਾਂ ਦੇ ਇੰਟਰਸਟ ਦੀ ਆਪਾਂ ਜਾਂਚ ਕਰਾਂਗੇ, ਬੱਚਿਆਂ ਨੂੰ ਕਿਹੜੀ ਚੀਜ਼ ਇਫੈਕਟਿਵ ਲੱਗਦੀ ਹੈ ਉਹ ਆਪਾਂ ਕਰਵਾਵਾਂਗੇ, ਹੈ ਨਾ। ਬਿਹਤਰ ਤਰੀਕੇ ਨਾਲ ਕਿਵੇਂ ਪੜ੍ਹਾਇਆ ਜਾ ਸਕਦਾ, ਹੈ ਨਾ। ਜੇ ਕੋਈ ਬੱਚਾ ਕਹਿੰਦੀ ਸ਼੍ਰੇਣੀ ਵਿੱਚ 23ਵਾਂ ਕੁਐਸਚਨ ਆਪਣਾ, ਜੇ ਕੋਈ ਬੱਚਾ ਸ਼੍ਰੇਣੀ ਵਿੱਚ ਤੁਹਾਡੇ ਕੋਲ ਪ੍ਰਸ਼ਨ ਪੁੱਛਦਾ ਤਾਂ ਤੁਸੀਂ ਕੀ ਕਰੋਗੇ, ਠੀਕ ਹੈ। ਇੱਕ ਬੱਚੇ ਤੁਸੀਂ ਕੁਐਸਚਨ ਪੁੱਛਿਆ, ਠੀਕ ਹੈ, ਤੇ ਉਹ ਬੱਚਾ ਜਿਹੜਾ ਜੇ ਕੋਈ ਬੱਚਾ ਸ਼੍ਰੇਣੀ ਵਿੱਚ ਤੁਹਾਡੇ ਕੋਲ ਕੋਈ ਪ੍ਰਸ਼ਨ ਪੁੱਛਦਾ ਹੈ ਤਾਂ ਤੁਸੀਂ ਕੀ ਕਰੋਗੇ, ਠੀਕ ਹੈ। ਉਸ ਦੇ ਉਦਮ ਦੀ ਸਰਾਹਨਾ ਕਰੋਗੇ ਤੇ ਉਸ ਦੇ ਉੱਤਰ ਦਾ ਜਵਾਬ ਦਿਓਗੇ, ਠੀਕ ਹੈ। ਪਹਿਲੀ ਆਪਸ਼ਨ ਹੈ ਉਸ ਨੂੰ ਜਮਾਤ ਤੋਂ ਬਾਅਦ ਆਪਣੇ ਕੋਲ ਆਉਣ ਲਈ ਕਹੋਗੇ ਵੀ ਹਾਂ ਤੂੰ ਮੈਨੂੰ ਕੁਐਸਚਨ ਕਿਉਂ ਪੁੱਛਿਆ, ਹੈ ਨਾ। ਇਹ ਤਾਂ ਨਹੀਂ ਆਪਾਂ ਕਹਿੰਦੇ ਵੀ ਹਾਂ ਤੂੰ ਮੈਨੂੰ ਕੁਐਸਚਨ ਕਿਉਂ ਪੁੱਛਿਆ, ਆਪਾਂ ਉਹਨੂੰ ਡਾਂਟ ਤਾਂ ਨਹੀਂ ਸਕਦੇ ਹੈਗੇ। ਆਪਾਂ ਬੱਚੇ ਦੀ ਜਿਹੜੇ ਬੱਚੇ ਨੂੰ ਅੱਗੇ ਵਧਾਉਣਾ, ਆਪਾਂ ਬੱਚੇ ਦੀ ਪਰਫਾਰਮੈਂਸ ਨੂੰ ਆਪਾਂ ਬੈਟਰ ਬਣਾਉਣਾ। ਜੇ ਬੱਚਾ ਕੁਐਸਚਨ ਪੁੱਟ ਕਰਦਾ ਤਾਂ ਆਪਣਾ ਮਕਸਦ ਹਮੇਸ਼ਾ ਇਹ ਹੋਣਾ ਚਾਹੀਦਾ ਵੀ ਆਪਾਂ ਉਸ ਕੁਐਸਚਨ ਦਾ ਆਨਸਰ ਦੇ ਪਾਈਏ। ਜੇ ਨਹੀਂ ਉਸ ਕੁਐਸਚਨ ਦਾ ਆਨਸਰ ਹੁੰਦਾ ਤਾਂ ਆਪਾਂ ਨੂੰ ਕਿਸੇ ਥੋੜ੍ਹਾ ਟਾਈਮ ਮੰਗ ਕੇ ਬੱਚਿਆਂ ਤੋਂ, ਤਾਂ ਉਸਦਾ ਦੂਸਰੇ ਦਿਨ ਜਾਂ ਫਿਰ ਕਿਸੇ ਮਾਹਿਰ ਦੀ ਸਹਾਇਤਾ ਆਪਾਂ ਲੈ ਸਕਦੇ ਹਾਂ, ਠੀਕ ਹੈ। ਤਾਂ ਇਗਨੋਰ ਨਾ ਕਰਿਓ, ਕਿਸੇ ਹੋਰ ਵਿਦਿਆਰਥੀ ਨੂੰ ਉੱਤਰ ਦੇਣ ਲਈ ਕਹਿ ਦੋਗੇ ਵੀ ਮੈਨੂੰ ਤਾਂ ਨਹੀਂ ਆਉਂਦਾ ਤੂੰ ਦੱਸ ਦੇ, ਹੈ ਨਾ। ਇਹ ਕਹਿ ਕੇ ਮੂਰਖਤਾਪੂਰਨ ਪ੍ਰਸ਼ਨ ਹੈ ਉਸ ਨੂੰ ਨਿਰਾਸ਼ ਕਰੋਗੇ ਵੀ ਨਾ ਇਹ ਕੁਐਸਚਨ ਤਾਂ ਕੋਈ ਬਣਦੀ ਨਹੀਂ ਬੇਸ, ਕਿਤੇ ਆਪਾਂ ਬੱਚੇ ਨੂੰ ਕਹਦੇ ਵੀ ਲੈ ਇਹ ਕੁਐਸਚਨ ਦਾ ਤਾਂ ਕੋਈ ਬੇਸ ਹੀ ਨਹੀਂ, ਤੂੰ ਇੱਦਾਂ ਪੁੱਛੀ ਜਾ ਰਿਹਾ ਉਹਨੂੰ, ਤਾਂ ਬੱਚਾ ਨਾਰਾਜ਼ ਹੋ ਜਾਏਗਾ। ਤਾਂ ਸਭ ਤੋਂ ਬਿਹਤਰ ਤਰੀਕਾ ਹੋਊਗਾ ਵੀ ਉਸਦੇ ਉਦਮ ਦੀ ਸਰਾਹਨਾ ਕਰੋਗੇ ਤੇ ਉਹਦੇ ਉੱਤਰ ਦਾ ਜਵਾਬ ਦਿਓਗੇ। ਰਾਈਟ ਆਨਸਰ ਆ ਰਾਜੇ ਦਾ ਇਹ, ਠੀਕ ਹੈ। ਉਦਮ ਮਤਲਬ ਕੀ ਹੋਗਾ, ਉਸਦੀ ਮਤਲਬ ਕਿ ਵੀ ਉਹਨੇ ਮਿਹਨਤ ਕਰੀ ਹੈ, ਜੋ ਉਸਨੇ ਕੁਐਸਚਨ ਕੱਢਿਆ ਗਾ, ਠੀਕ ਹੈ, ਉਸਨੇ ਕੋਸ਼ਿਸ਼ ਜੋ ਕਰੀ ਹੈ। ਉਦਮ ਮਤਲਬ ਉਹ ਕੋਸ਼ਿਸ਼ ਕਰੀ ਆ ਵੀ ਹਾਂ ਉਹਦੀ ਆਪਾਂ ਸਰਾਹਨਾ ਮਤਲਬ ਪ੍ਰਸ਼ੰਸਾ ਕਰਾਂਗੇ ਵੀ ਤੇ ਬਹੁਤ ਵਧੀਆ ਕਰਿਆ ਵੀ ਹਾਂ ਤੂੰ ਕੁਐਸਚਨ ਤੇਰੇ 'ਚ ਹੈ ਟੈਲੈਂਟ ਵੀ ਤੂੰ ਹਾਂ ਕੁਐਸਚਨ ਪੁੱਛਿਆ, ਹੈ ਨਾ, ਵਧੀਆ ਗੱਲ ਹੈ। ਉਦੋਂ ਮਤਲਬ ਕਿ ਉਹਦੇ ਨਾਲ ਕੀ ਹੋਊਗਾ, ਬੱਚੇ ਦੇ ਅੰਦਰ ਕੀ ਹੋਊਗਾ, ਕੌਨਫੀਡੈਂਸ ਆਊਗਾ ਵੀ ਹਾਂ ਮੈਂ ਅੱਗੇ ਤੋਂ ਵੀ ਮਤਲਬ ਕਿ ਕੁਐਸਚਨ ਹੋਰ ਆ ਜਿਹੜਾ ਕੱਢ ਕੇ ਲੈ ਕੇ ਆਵਾਂ, ਠੀਕ ਹੈ, ਵੀ ਟੀਚਰ ਨਾਲ ਉਸ ਚੀਜ਼ ਦੇ ਉੱਪਰ ਡਿਸਕਸ਼ਨ ਕਰਾਂ, ਬਿਹਤਰ ਸਮਝਾ ਹਰ ਇੱਕ ਚੀਜ਼ ਨੂੰ, ਉਹ ਚੀਜ਼ ਆ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ, ਜੇ ਤੁਸੀਂ ਕਹਿੰਦੇ ਕਿਸੇ ਬੱਚੇ ਦੁਆਰਾ ਪੁੱਛੇ ਗਏ ਪ੍ਰਸ਼ਨ ਦਾ ਉੱਤਰ ਨਹੀਂ ਜਾਣਦੇ, ਤੁਹਾਨੂੰ ਕੋਈ ਬੱਚਾ ਕੋਈ ਕੁਐਸਚਨ ਪੁੱਛਦਾ ਹੈ ਕਿਸੇ ਚੀਜ਼ ਦੇ ਉੱਪਰ ਤੇ ਤੁਸੀਂ ਉਹ ਕੁਐਸਚਨ ਦਾ ਆਨਸਰ ਨਹੀਂ ਜਾਣਦੇ, ਤਾਂ ਤੁਸੀਂ ਉਸ ਦੇ ਲਈ ਕੀ ਤਰੀਕਾ ਅਪਣਾਉਣਾਗਾ, ਠੀਕ ਹੈ। ਦੇਖੋ ਸ਼ਾਇਦ ਮੈਂ ਕੁਐਸਚਨ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕਿਆ। ਇਹ ਦੇਖੋ ਇੱਕ ਚੀਜ਼ ਆ, ਦੇਖੋ ਲੈਂਗੁਏਜ ਆ ਜਿਹੜੀ, ਹੈ ਨਾ, ਲੈਂਗੁਏਜ, ਠੀਕ ਹੈ, ਭਾਸ਼ਾ, ਇਸਦੇ, ਠੀਕ ਹੈ, ਲਿਸਨਿੰਗ, ਰਾਈਟਿੰਗ, ਲਿਸਨਿੰਗ, ਰੀਡਿੰਗ, ਰਾਈਟਿੰਗ ਤੇ ਸਪੀਕਿੰਗ, ਹੈ ਨਾ। ਇਹ ਚਾਰ ਇਹਦੇ ਸਕਿੱਲਸ ਨੇ, ਇਹ ਤੁਹਾਨੂੰ ਚਾਰੇ ਸਕਿੱਲ ਨੇ ਜਿਹੜੇ ਚੰਗੀ ਤਰ੍ਹਾਂ ਸਮਝਣੇ ਪੈਣਗੇ ਜਦੋਂ ਤੁਸੀਂ ਭਾਸ਼ਾ ਦੇ ਉੱਪਰ ਪਕੜ ਬਣਾਉਣੀ ਆ। ਇਹਨਾਂ ਨੂੰ ਸਮਝਣਾ ਪਊਗਾ, ਠੀਕ ਹੈ। ਲੈਂਗੁਏਜ ਨੂੰ ਵੀ ਅਸੀਂ ਕੀ ਚੀਜ਼ ਲਿਖਣ ਬਾਰੇ, ਸੁਣਨ ਬਾਰੇ, ਠੀਕ ਹੈ, ਤੇ ਬੋਲਣ ਬਾਰੇ, ਉਹ ਸਾਰੀ ਚੀਜ਼ਾਂ ਤੁਹਾਨੂੰ ਚੰਗੀ ਤਰ੍ਹਾਂ ਸਮਝਣੀਆਂ ਪੈਣਗੀਆਂ ਵੀ ਕੀ ਚੀਜ਼ਾਂ ਨੇ। ਤਾਂ ਤੁਸੀਂ ਲੈਂਗੁਏਜ ਨਾਲ ਸੰਬੰਧਿਤ ਜਦੋਂ ਕੋਈ ਪ੍ਰਸ਼ਨ ਨੂੰ ਤੁਸੀਂ ਚੰਗੀ ਤਰ੍ਹਾਂ ਉਸ ਨੂੰ ਕਰ ਪਾਓਗੇ ਜੇ ਇਹ ਚੀਜ਼ ਬਾਰੇ। ਇਹਨਾਂ ਚਾਰੇ ਇਸਦੇ ਫੈਕਟਸ ਜੋ ਇਹਦੇ ਆਪਾਂ ਆਸਪੈਕਟ ਵੀ ਆਪਾਂ ਕਹਿ ਸਕਦੇ ਪੱਖ ਨੇ ਜਿਹੜੇ ਲੈਂਗੁਏਜ ਦੇ, ਉਹਨਾਂ ਬਾਰੇ ਜੇ ਤੁਹਾਨੂੰ ਨੌਲੇਜ ਹੋਊਗੀ, ਠੀਕ ਹੈ ਜੀ। ਹੁਣ ਦੇਖੋ ਇੱਥੇ ਕੁਐਸਚਨ, ਜੇ ਤੁਸੀਂ ਕਹਿੰਦੇ ਕਿਸੇ ਬੱਚੇ ਦੁਆਰਾ ਪੁੱਛੇ ਗਏ ਪ੍ਰਸ਼ਨ ਦਾ ਉੱਤਰ ਨਹੀਂ ਜਾਣਦੇ ਤਾਂ ਤੁਸੀਂ ਕੀ ਚੀਜ਼ ਕਰੋਗੇ, ਠੀਕ ਹੈ। ਪਹਿਲਾ ਆਪਸ਼ਨ ਉਸ ਨੂੰ ਤਾਨੇ ਮਾਰੋਗੇ ਵੀ ਤੂੰ ਮੇਰੇ ਤੋਂ ਇਹ ਜੋ ਕੁਐਸਚਨ ਪੁੱਛ ਰਿਹਾ। ਦੂਸਰੀ ਆਪਸ਼ਨ ਹੈ ਵੀ ਉਸਨੂੰ ਡਾਂਟੋਗੇ ਵੀ ਇਹ ਜੋ ਕੁਐਸਚਨ ਨਹੀਂ ਪੁੱਛਣਾ ਚਾਹੀਦਾ। ਇਹ ਸਵੀਕਾਰ ਕਰੋਗੇ ਕਿ ਤੁਹਾਨੂੰ ਉੱਤਰ ਨਹੀਂ ਆਉਂਦਾ, ਠੀਕ ਹੈ। ਉੱਤਰ ਦੱਸਣ ਲਈ ਪੁਸਤਕ ਜਾਂ ਮਾਹਿਰਾਂ ਨਾਲ ਸਲਾਹ ਕਰੋਗੇ। ਦੇਖੋ ਇੱਥੇ ਇਹ ਤਾਂ ਨਹੀਂ ਵਾ ਬੱਚੇ ਨੂੰ ਤਾਨੇ ਮਿਹਣੇ ਮਾਰ ਲੱਗ ਜੀ, ਹੈ ਨਾ, ਵੀ ਤੂੰ ਇਹ ਜੋ ਕੁਐਸਚਨ ਮੇਰੇ ਤੋਂ ਕਿਉਂ ਪੁੱਛਿਆ,
ठीक है। ये तो आप है जो चीज़ तो करते नहीं होंगे। दूसरा तो उसनों डांटोगे, इस नाल भी बैड इफैक्ट पऊगा बच्चे नूं। होगा की होगा एक जी टीचर की परसनैलिटी आ वो की होगी डिक्रीज, मतलब कि ਉਹਦੇ ਉੱਪਰ माड़ा इफैक्ट पऊगा। बच्चा सोचूगा भी ये टीचर ਨੂੰ क्वेश्चन नहीं ना आंदा, कोई आंसर नहीं आंदा इस क्वेश्चन का, ਤਾਂ ਹੀ ਮੈਨੂੰ डांट फटकार रहे हैं। ठीक है, बच्चा ਉਹਦੇ ਨਾਲ ਕਿਉਂ ਮਾਯੂਸ ਹੋਊਗਾ। ਤਾਂ ਅਗਲਾ क्वेश्चन है भी ये स्वीकार करोगे। देखो ਇੱਥੇ ਵੀ ਜ਼ਿਆਦਾ ਜੇ ਤੁਸੀਂ ਇਹ ਕਹਤਾ ਵੀ ਨਹੀਂ ਰਾਜੇ ਮੈਨੂੰ क्वेश्चन ही नहीं आंदा, ਤਾਂ ਬੱਚੇ ਦੇ ਅੰਦਰ ਤਾਂ ਕੀ ਹੋਊਗਾ, ਇਹਦੇ ਨਾਲ ਕੀ ਹੋਊਗਾ ਇੱਕ ਜਿਹੜੀ ਟੀਚਰ ਦੀ ਇਮੇਜ ਆ ਉਹ ਖਰਾਬ ਹੋਊਗੀ ਵੀ ਹਾਂ ਮੈਨੂੰ ਜਦੋਂ ਤੁਸੀਂ ਹੀ ਸਵੀਕਾਰ ਕਰ ਲਿਆ ਮੈਨੂੰ ਨਹੀਂ ਆਉਂਦਾ। ਤਾਂ ਤੁਸੀਂ ਇਹਦੇ ਲਈ ਬੈਟਰ ਵੀ ਉੱਤਰ ਦੱਸਣ ਦੇ ਲਈ ਕਿਸੇ ਬੁੱਕ ਦਾ ਜਾਂ ਫਿਰ ਕਿਸੇ ਮਾਹਿਰ ਦੇ ਨਾਲ ਤੁਸੀਂ ਸਲਾਹ ਮਸ਼ਵਰਾ ਕਰ ਸਕਦੇ ਹੋ, ਉਹ ਆਨਸਰ ਦੱਸਣੀ। ਇਹਦੇ ਨਾਲ ਕਿ ਬੱਚਿਆਂ ਨੂੰ ਜਦੋਂ ਆਨਸਰ ਪਤਾ ਲੱਗੂਗਾ ਵੀ ਚਲੋ ਹੈ ਟੀਚਰ ਨੇ ਸਾਨੂੰ, ਕਿਉਂਕਿ ਜਦੋਂ ਆਪਾਂ ਮਾਹਿਰ ਨਾਲ ਡਿਸਕਸ ਕਰਾਂਗੇ ਆਪਾਂ ਨੂੰ ਉਸ ਉੱਤਰ ਦਾ क्वेश्चन का उत्तर तो मिलूगा ही मिलूगा, नाल आपां नूं कुछ होर चीज़ां भी जो आप बच्चों नूं दस सकते हो वो भी सीखण नूं मिलणगीआं। इस तो बाद अगला क्वेश्चन अपना 25वां कि बच्चों की शक्ति का उत्थान करने लई टीचर नूं की चाहिए। ठीक है, हुण बच्चों की जिहड़ी शक्ति है उसदे विच जो पावर है, ठीक है, उसनूं आपां मतलब कि वधाउणा है। ठीक है, उसनूं बाहर कड्ढना। ठीक है, तां ओह की चीज़ है उहदे लई बेहतर उन्हां कोलों प्रोजैक्ट प्रोजैक्ट दे काम करवावांगे आपां, उन्हां नूं फील्ड दे काम विच लगावांगे। ठीक है, उन्होंने ज़्यादा लैबोरेटरी का काम देवांगे या फिर आप सारे काम करांगे। ठीक है, देखो इत्थे भी एक चीज़ नहीं लिखी हुई भी बच्चों की शक्ति का उत्थान कर ली एक अध्यापक इन्होंने विचों हेठले विच किहड़ी चीज़ उपर ज़्यादा जोर देगा या किहड़ी चीज़ इहदे विचों ज़्यादा बेहतर है, तो ओबवियसली इहदे विच आपां नूं राइट आंसर डी ही मिलूगा, क्योंकि आप सारिया चीज़ां ही करांगे। इहदे विचों प्रोजैक्ट काम भी बच्चों नूं करवावांगे क्योंकि आप उहदी पावर चैक करनी है बच्चे की, उसका उत्थान करना है, क्योंकि वो जो प्रोजैक्ट तैयार काम करू प्रोजैक्ट तैयार करूगा तो बच्चे की जी पावर है, ठीक है, वो इकट्ठे करूगा डाटा है ना वो बारे कोई भी टॉपिक जो बच्चे नूं आपां दिता, तो बच्चे के अंदर की उस चीज़ नाल की हो बच्चा हर एक चीज़ नूं एनालाइज करके लेके आऊगा, हर एक चीज़ नूं चंगी तरह घोख के लेके आऊगा। तो देखो उन्होंने फील्ड में काम करने में लगावां, जो फील्ड के विच बच्चे काम करनगे तो उन्हां विच की आ एकता आएगी आपस दे विच। ठीक है, बच्चों विच आपां नूं प्रोजैक्ट मैथड प्रोजैक्ट जो ग्रुप दे विच भी तो दे सकते हैं ना ये चीज़ां। ठीक है, उन्होंने ज़्यादा लैबोरेटरी का काम दे, सारे कामां नाल बच्चे की शक्ति का उत्थान होवेगा जी। इस तो बाद अगला क्वेश्चन है भी बच्चों नूं ਪ੍ਰੀਖਿਆ ਲਈ ਤਿਆਰ ਕਰਨ ਦਾ ਸਰਵੋਤਮ ਤਰੀਕਾ ਕੀ ਹੈ। ਤੁਸੀਂ ਹੁਣ ਬੱਚਿਆਂ ਨੂੰ ਜਿਹੜਾ ਐਗਜ਼ਾਮ ਹੋਣੇ ਬੱਚਿਆਂ ਦੇ, ਠੀਕ ਹੈ, ਉਹਦੇ ਲਈ ਉਹਨਾਂ ਨੂੰ ਬੱਚਿਆਂ ਨੂੰ ਤਿਆਰ ਕਰਨਾ, ਤਾਂ ਤੁਸੀਂ ਉਹਦੇ ਲਈ ਕੀ ਚੀਜ਼ ਕਰੋਗੇ। ਠੀਕ ਹੈ, ਤਾਂ ਉਹਨਾਂ ਨੂੰ ਪ੍ਰਾਈਵੇਟ ਕੋਚਿੰਗ ਵਾਸਤੇ ਉਤਸ਼ਾਹਿਤ ਕਰੋਗੇ ਕਿ ਬੱਚਿਆਂ ਦੀਆਂ ਪ੍ਰੀਖਿਆਵਾਂ ਨੇ ਉਹਨਾਂ ਨੂੰ ਤਿਆਰ ਕਰਨ ਲਈ ਸਰਵੋਤਮ ਤਰੀਕਾ। ਦੇਖੋ ਇਹਦੇ ਵਿੱਚ ਕੀ ਆਪਸ਼ਨ ਆਊਗੀ, ਉਹਨਾਂ ਨੂੰ ਪ੍ਰਾਈਵੇਟ ਕੋਚਿੰਗ ਵਾਸਤੇ ਵੀ ਹਾਂ ਤੁਸੀਂ ਟਿਊਸ਼ਨ 'ਤੇ ਲੱਗ ਜਾਓ ਜਾ ਕੇ। ਠੀਕ ਹੈ, ਉਹਨਾਂ ਲਈ ਵਿਸ਼ਾਲ ਗਿਆਨ ਦਾ ਆਧਾਰ ਮੁਹੱਈਆ ਕਰਵਾਓਗੇ। ਠੀਕ ਹੈ, ਉਹਨਾਂ ਲਈ ਗਾਈਡਾਂ ਤੋਂ ਸਹਾਇਕ ਪੁਸਤਕਾਂ ਮੁਹੱਈਆ ਕਰਨਾ, ਅਤੇ ਉਹਨਾਂ ਲਈ ਗਾਈਡਾਂ ਤੇ ਹੋਊਗਾ ਅਤੇ ਨਕਲੀ ਪ੍ਰੀਖਿਆਵਾਂ ਸ਼ੁਰੂ ਕਰਨੀ। ਇਹ ਚਾਰ ਨੇ। ਦੇਖੋ ਆਪਾਂ ਨਕਲੀ ਪ੍ਰੀਖਿਆਵਾਂ ਤਾਂ ਇਹ ਹੋ ਗਿਆ ਵੀ ਹਾਂ ਤਾਂ ਉਹਨਾਂ ਵਾਸਤੇ ਆਪਾਂ ਨਕਲੀ ਪ੍ਰੀਖਿਆ ਵੀ ਹਾਂ ਤੁਸੀਂ ਤਿਆਰ ਹੋ ਜਾਓਗੇ ਉਹਦੇ ਵਾਸਤੇ, ਇਹ ਤਾਂ ਬਿਹਤਰ ਤਰੀਕਾ ਹੋ ਹੀ ਨਹੀਂ ਸਕਦਾ। ਇਸ ਤੋਂ ਇਲਾਵਾ ਵੀ ਉਹਨਾਂ ਨੂੰ ਗਾਈਡਾਂ ਅਤੇ ਸਹਾਇਕ ਪੁਸਤਕਾਂ ਨੂੰ ਮੁਹੱਈਆ ਕਰਵਾਉਣਾ ਵੀ ਹਾਂ ਤੁਸੀਂ ਗਾਈਡਾਂ ਮੈਂ ਤੁਹਾਨੂੰ ਦੇ ਦਿੰਦਾ। ਠੀਕ ਹੈ, ਪੁਸਤਕਾਂ ਲਿਆ ਕੇ ਦੇ ਦਿੰਦਾ ਵੀ ਜਿਹੜੇ ਪੇਪਰ ਨੇ ਦੀ ਤਿਆਰੀ ਕਰ ਲਓ, ਇਹ ਵੀ ਨਹੀਂ ਕੋਈ ਤਰੀਕਾ ਹੋਊਗਾ। ਇਸ ਤੋਂ ਇਲਾਵਾ ਉਹਨਾਂ ਲਈ ਵਿਸ਼ਾਲ ਗਿਆਨ ਮੁਹੱਈਆ ਕਰਵਾਉਣਾ ਇੱਕ ਆਪਸ਼ਨ ਸੀਗਾ, ਅਤੇ ਉਹਨੂੰ ਪ੍ਰਾਈਵੇਟ ਕੋਚਿੰਗ ਦੇ। ਦੇਖੋ ਆਪਾਂ ਪ੍ਰਾਈਵੇਟ ਕੋਚਿੰਗ ਦਾ ਇਹਦਾ ਮਤਲਬ ਤਾਂ ਇੱਕ ਟੀਚਰ ਦੇ ਵਿੱਚ ਕਮੀ ਹੈ ਨਾ। ठीक है, भी उन्होंने फिर आप तो कुछ नहीं करवा, उन्होंने कह रहे भी तुसीं प्राइवेट कोचिंग ले लो। ठीक है, वो मतलब कि आपदी एक अध्यापक है जिहड़ा फिर आपदी इमेज नूं लुकाउण दी कोशिश कर रहा। ठीक है, तो इसदा राइट आंसर ये होगा भी उन्हां लई विशाल ज्ञान का आधार मुहैया करवाऊगा। ठीक है, उन्होंने बच्चों को मतलब की होगा भी कोई भी जो प्रीखिया लिए उन्होंने तैयार करना ना, ठीक है, उन्होंने वध तो वध मतलब कि ज्ञान दी चीज़ां मुहैया करवाऊगा भी हाँ ये चीज़ तुसीं बेहतर पढ़ सकते हो। ठीक है, विशाल ज्ञान उन्हां लई ये चीज़ भी उन्होंने हैल्प करूगा भी ये चीज़ पढ़ो तुसीं ये चीज़ छड्ड दो ये चीज़। देखो अगला क्वेश्चन है भी एक वधिया टीचर अपनी सिक्ख्या नूं अनुकूल बनाउंदा है। एक वधिया अध्यापक आ जिहड़ा ठीक है सिक्ख्या नूं अनुकूल बनाउंदा बच्चों के अकॉर्डिंग बनाउंदा, तो किस तरह बनाऊगा। ठीक है, ये चेक करना अपने। देखो सधारण बच्चों की लोड़ां के अनुसार। ठीक है, एक वधिया टीचर अपनी सिक्ख्या नूं अनुकूल किवें बनाऊगा, सधारण बच्चों की लोड़ां के अनुसार, बच्चों की मानसिक लोड़ां के अनुसार। ठीक है, हुशियार बच्चों की लोड़ां के अनुसार, बच्चों की प्रीखियावां संबंधी लोड़ां के अनुसार। देखो चार ही ऑप्शन अजीब जिहा लग रहा। ठीक है, दो ऑप्शन तो देखो कट्टे जाएंगे। सिर्फ वो इत्थे देखो जिवें हुशियार बच्चों दी लोड़ां की गल करूँ बिल्कुल भी नहीं आ सकदा भी सिर्फ वो तो ये गल होगी भी सिर्फ इंटैलीजेंट बच्चे ने जिहड़े सिर्फ उन्हां पर फोकस कर रहे। इस तो इलावा इत्थे आ भी सधारण बच्चों दी सिर्फ बाकी बच्चे किधर जाएंगे भी सिर्फ सधारण बच्चों की गल कर रहे हैं ना वो।
ਤਾਂ ਇੱਥੇ ਆਊਗਾ ਬੱਚਿਆਂ ਦੀਆਂ ਮਾਨਸਿਕ ਲੋੜਾਂ ਦੇ ਅਨੁਸਾਰ। ਠੀਕ ਹੈ, ਮਾਨਸਿਕ ਲੋੜ ਆ ਇੱਥੇ ਆਪਾਂ ਜਿਵੇਂ ਇੰਡੀਵਿਜੂਅਲ ਡਿਫਰੈਂਸ ਦੀ ਗੱਲ ਕਰੀ ਸੀ ਨਾ, ਇੰਡੀਵਿਜੂਅਲ ਡਿਫਰੈਂਸ, ਇੰਡੀਵਿਜੂਅਲ ਡਿਫਰੈਂਸ ਹੋ ਗਿਆ। ਜਾਂ ਫਿਰ ਇਹਦੇ ਲਈ ਜਿਵੇਂ ਹੈਗਾ ਸਾਈਕੋਲੋਜੀ। ਠੀਕ ਹੈ ਜੀ, ਸਾਈਕੋਲੋਜੀ ਯੂਜ਼ ਕਰ ਸਕਦਾ। ਸਾਈਕੋਲੋਜੀ ਯਾਨੀ ਕਿ ਮਨੋਵਿਗਿਆਨ ਦੀ ਵਰਤੋਂ ਕਰ ਸਕਦਾ। ਤਾਂ ਸਾਈਕੋਲੋਜੀ ਦਾ ਮਤਲਬ ਹੁੰਦਾ ਵੀ ਆਪਾਂ ਹਰ ਇੱਕ ਬੱਚੇ ਦੇ ਅਕੋਰਡਿੰਗ ਉਹਨਾਂ ਦੇ ਬਿਹੇਵੀਅਰ ਨੂੰ ਸਮਝ ਕੇ ਐਜੂਕੇਸ਼ਨ ਦੇਣੀ ਆ। ਇਹ ਨਹੀਂ ਹੈਗਾ ਵੀ ਤੁਸੀਂ ਸਿਰਫ ਹੁਸ਼ਿਆਰ ਬੱਚਿਆਂ ਨੂੰ, ਸਿਰਫ ਜਿਹੜੇ ਇੰਟੈਲੀਜੈਂਟ ਜਿਨ੍ਹਾਂ ਦਾ IQ ਹਾਈ ਆ, ਸਿਰਫ ਉਹਨਾਂ ਨੂੰ ਤੁਸੀਂ ਐਜੂਕੇਸ਼ਨ ਦੇ ਦਿਓ, ਬਾਕੀ ਬੱਚਿਆਂ ਦੇ ਵੱਲ ਕੋਈ ਧਿਆਨ ਨਾ ਦਿਓ। ਠੀਕ ਹੈ, ਤਾਂ ਸਾਈਕੋਲੋਜੀ ਦੇ ਵਿੱਚ ਆਪਾਂ ਨੂੰ ਹਰ ਇੱਕ ਚੀਜ਼ ਚੰਗੀ ਤਰ੍ਹਾਂ ਦੱਸੀ ਗਈ ਆ ਵੀ ਕਿੰਨੇ ਤਰ੍ਹਾਂ ਦੇ ਬੱਚੇ ਹੁੰਦੇ ਆ, ਕਿਹੜੇ ਬੱਚੇ ਦੇ ਵਿੱਚ ਕਿਹੜੀਆਂ ਕਮੀਆਂ, ਹੈਰੀਡਿਟੀ ਕੀ ਪ੍ਰਭਾਵ ਪਾਉਂਦੀ ਹੈ, ਹੈ ਨਾ, ਇਨਵਾਇਰਮੈਂਟ ਕੀ ਹੈ, ਕਿਹੜੇ ਲਰਨਿੰਗ ਡਿਸਆਰਡਰ ਨੇ ਜੋ ਬੱਚਿਆਂ ਵਿੱਚ ਹੋ ਸਕਦਾ, ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਸਾਈਕੋਲੋਜੀ ਵਿੱਚ ਦੇਖਣ ਨੂੰ ਮਿਲਦੀਆਂ ਨੇ। ਤਾਂ ਹਰ ਇੱਕ ਬੱਚਾ ਦੂਸਰੇ ਦੇ ਮਤਲਬ ਕਿ ਇੰਡੀਵਿਜੂਅਲ ਡਿਫਰੈਂਸ ਹਰ ਇੱਕ ਬੱਚੇ ਦੇ ਵਿਚਕਾਰ ਨੇ। ਠੀਕ ਹੈ, ਚਾਹੇ ਸਗੇ ਭੈਣ ਭਰਾ ਹੀ ਕਿਉਂ ਨਾ ਹੋਣ, ਠੀਕ ਹੈ, ਇੱਕ ਜੁੜਵਾ ਬੱਚੇ ਵੀ ਕਿਉਂ ਨਾ ਹੋਣ, ਉਹਨਾਂ ਵਿਚਕਾਰ ਵੀ ਇੰਡੀਵਿਜੂਅਲ ਡਿਫਰੈਂਸ ਹੁੰਦੇ ਨੇ। ਤਾਂ ਆਪਾਂ ਨੂੰ ਬੱਚੇ ਦੀਆਂ ਮਾਨਸਿਕ ਲੋੜਾਂ ਦੇ ਅਕੋਰਡਿੰਗ, ਠੀਕ ਹੈ, ਜੋ ਹੈ ਸਿੱਖਿਆ ਨੂੰ ਬਣਾਉਣਾ ਪੈਂਦਾ। ਠੀਕ ਹੈ, ਇਹ ਚੀਜ਼ ਹੈ। ਇੱਕ ਟੀਚਰ ਆ ਜਿਹੜਾ ਬੱਚਿਆਂ ਵਿੱਚ ਤਾਂ ਹੀ ਹਰਮਨ ਪਿਆਰਾ ਹੋ ਸਕਦਾ ਜੇ ਉਹ, ਠੀਕ ਹੈ, ਤਾਂ ਹਰਮਨ ਪਿਆਰਾ ਹੋਊਗਾ ਇੱਕ ਅਧਿਆਪਕ ਬੱਚਿਆਂ ਵਿਚਕਾਰ ਜੇ ਕੀ ਕੰਮ ਕਰੂਗਾ, ਉਹ ਬੱਚਿਆਂ ਦੀਆਂ ਸ਼ਰਾਰਤਾਂ ਨੂੰ ਪਸੰਦ ਕਰੂਗਾ ਵੀ ਹਾਂ ਤੁਸੀਂ ਸ਼ਰਾਰਤਾਂ ਕਰੋ। ਇਸ ਤੋਂ ਇਲਾਵਾ ਬੱਚਿਆਂ ਦੇ ਕਹਿੰਦੇ ਮੁਸ਼ਕਿਲਾਂ ਹੱਲ ਕਰਨ ਵਿੱਚ ਉਹਨਾਂ ਦੀ ਮਦਦ ਕਰੇ ਅਤੇ ਉਹਨਾਂ ਨੂੰ ਉਤਸ਼ਾਹਿਤ ਕਰੇ। ਠੀਕ ਹੈ ਜੀ, ਬੱਚਿਆਂ ਨੂੰ ਮੁਸ਼ਕਿਲਾਂ ਆ ਰਹੀਆਂ ਨੇ, ਪ੍ਰੋਬਲਮਸ ਉਹਨੂੰ ਫੇਸ ਕਰਨੀਆਂ ਪੈ ਰਹੀਆਂ ਨੇ, ਤਾਂ ਇੱਕ ਟੀਚਰ ਉਹਨਾਂ ਦੀ ਹੈਲਪ ਕਰੂਗਾ ਅਤੇ ਉਹਨਾਂ ਨੂੰ ਕਹੂਗਾ ਵੀ ਨਹੀਂ ਤੁਸੀਂ ਇਸ ਚੀਜ਼ਾਂ ਦੇ ਬਾਹਰ ਆ ਸਕਦੇ ਹੋ, ਉਹਨਾਂ ਚੀਜ਼ਾਂ ਨੂੰ ਇੰਨੀਆਂ ਵੱਡੀਆਂ ਨਹੀਂ ਹੈਗੀਆਂ। ਠੀਕ ਹੈ, ਵੀ ਕੁਐਸਚਨ ਤੁਸੀਂ ਯਾਦ ਕਰ ਸਕਦੇ ਹੋ, ਕੋਈ ਵੀ ਕੰਮ ਤੁਸੀਂ ਕਰ ਸਕਦੇ ਹੋ। ਇਸ ਤੋਂ ਇਲਾਵਾ ਬੱਚਿਆਂ ਨਾਲ ਨੇੜਤਾ ਸਥਾਪਿਤ ਕਰੂਗਾ, ਬੱਚਿਆਂ ਦੇ ਸਰਪ੍ਰਸਤਾਂ ਨੂੰ ਉਹਨਾਂ ਦੇ ਘਰ ਵਿੱਚ ਜਾ ਕੇ ਮਿਲੂ, ਮਤਲਬ ਸਰਪ੍ਰਸਤ ਕੋ ਵੀ ਪੇਰੈਂਟਸ ਨੂੰ ਉਹਨਾਂ ਦੇ ਨੂੰ ਜਾ ਕੇ ਮਿਲੂਗਾ। ਦੇਖੋ ਇਹਦੇ ਵਿੱਚ ਆਪਸ਼ਨ ਦਾ ਵੈਸੇ ਤੁਹਾਨੂੰ ਇਹ ਲੱਗਣਗੇ ਵੀ ਸਰ ਸਾਰੀ ਵਾਂਗੂ ਸਹੀ ਨੇ। ਠੀਕ ਹੈ, ਜਿਵੇਂ ਪਹਿਲੇ ਆਪਸ਼ਨ ਨੂੰ ਛੱਡ ਕੇ ਵੀ ਉਹਨਾਂ ਦੀ ਹਾਂ ਜੇ ਬੱਚੇ ਸ਼ਰਾਰਤਾਂ ਕਰ ਰਹੇ ਨੇ ਤਾਂ ਆਪਾਂ ਉਹਨੂੰ ਐਕਸੈਪਟ ਕਰ ਲਈ, ਇਹ ਤਾਂ ਨਹੀਂ ਹੋ ਸਕਦਾ। ਜੇ ਬੱਚਿਆਂ ਨੂੰ ਆਪਾਂ ਸ਼ਰਾਰਤਾਂ ਨੂੰ ਐਕਸੈਪਟ ਕਰ ਲਿਆ ਤਾਂ ਬਹੁਤ ਜ਼ਿਆਦਾ ਮਤਲਬ ਕਿ ਕੀ ਆ, ਮਾਹੌਲ ਖ਼ਰਾਬ ਹੋ ਜਾਏਗਾ, ਬੱਚਿਆਂ ਨੂੰ ਟ੍ਰਾਂਸਫਰ ਦੇ ਵਿੱਚ ਹੀ ਨਹੀਂ ਰਹਿਣਗੇ। ਅਤੇ ਇਹਦਾ ਰਾਈਟ ਆਨਸਰ ਆਊਗਾ ਬੱਚਿਆਂ ਦੀਆਂ ਮੁਸ਼ਕਿਲਾਂ, ਇਹ ਇਹਦਾ ਰਾਈਟ ਆਨਸਰ ਆਊਗਾ B ਵਾਲਾ। ਜ਼ਿਆਦਾਤਰ ਕੀ ਹੁੰਦਾ ਇੱਕ ਚੀਜ਼ ਧਿਆਨ ਦੇ ਵਿੱਚ ਰੱਖਣਾ, ਖਾਸ ਤੌਰ 'ਤੇ CTET ਦੇ ਵਿੱਚ ਵੀ ਹੁੰਦਾ, ਮੋਸਟਲੀ ਜ਼ਿਆਦਾਤਰ CTET ਦੇ ਵਿੱਚ ਜਿਹੜੀਆਂ ਵੱਡੀਆਂ ਆਪਸ਼ਨਾਂ ਹੁੰਦੀਆਂ ਨੇ ਨਾ, ਜਦੋਂ ਵੀ ਕੋਈ ਤੁਸੀਂ ਕੁਐਸਚਨ ਕਰਨਾ ਤਾਂ ਵੱਡੀਆਂ ਆਪਸ਼ਨਾਂ ਜਿਹੜੀਆਂ ਦਿੱਤੀਆਂ ਹੁੰਦੀਆਂ ਨੇ, ਵੱਡੀ ਆਪਸ਼ਨ ਜਿਵੇਂ 4 ਆਪਸ਼ਨ ਆ, ਜਿਹਦੇ ਵਿੱਚ ਜਿਹੜੀ ਵੱਡੀ ਆਪਸ਼ਨ ਹੋਈ ਨਾ ਉਹਦੇ ਵੱਲ ਜ਼ਰੂਰ ਧਿਆਨ ਦਿਆ ਕਰੋ, ਕਿਉਂਕਿ ਕਈ ਵਾਰ ਐਗਜ਼ਾਮੀਨਰ ਕੀ ਕਰਦਾ ਹੁੰਦਾ ਵੀ ਜਿਹੜੀ ਆਪਸ਼ਨਾਂ ਹੁੰਦੀਆਂ ਨੇ ਵੱਡੀ ਆਪਸ਼ਨ ਦੇ ਵਿੱਚ ਉਹ ਸਾਰੇ ਕਨਸੈਪਟ ਪਾ ਦਿੰਦਾ। ਹੁਣ ਦੇਖੋ ਇਹਨੇ ਕੀ ਆ, ਬੱਚਿਆਂ ਦੀ ਮੁਸ਼ਕਿਲਾਂ ਦਾ ਹੱਲ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰੂਗਾ। ਦੇਖੋ ਹੈਲਪ ਦੀ ਗੱਲ ਹੋਊਗੀ, ਠੀਕ ਹੈ, ਹੈਲਪ ਹੋਊਗੀ। ਫਿਰ ਉਸ ਤੋਂ ਬਾਅਦ ਉਤਸ਼ਾਹਿਤ ਇਨਕੈਰੇਜ ਹੋ ਗਿਆ ਉਹਨਾਂ ਨੂੰ, ਹੈ ਨਾ, ਇਨਕੈਰੇਜ ਕਰੂਗਾ ਉਹਨਾਂ ਨੂੰ ਵੀ ਹਾਂ ਤੁਸੀਂ ਵੀ ਕਰ ਸਕਦੇ ਹੋ। ਠੀਕ ਹੈ, ਤਾਂ ਬਾਕੀ ਦੇਖੋ ਹਰ ਇੱਕ ਦੂਜੇ ਲਾਈਨਾਂ ਦੇ ਵਿੱਚ ਸਿਰਫ ਇੱਕ ਪੁਆਇੰਟ ਦੀ ਇੱਕ ਚੀਜ਼ ਦੀ ਗੱਲ ਹੋ ਰਹੀ ਆ, ਬਟ ਇਹਦੇ ਵਿੱਚ ਇੱਕ ਤੋਂ ਜ਼ਿਆਦਾ, ਹੈ ਨਾ, ਤਾਂ ਓਬਵੀਅਸਲੀ ਇਹਦਾ ਆਨਸਰ ਇਹ ਵਾਲਾ ਹੀ ਹੋਣਾ ਚਾਹੀਦਾ। ਇਸ ਚੀਜ਼ ਦਾ ਧਿਆਨ ਰੱਖਣਾ। CTET ਦੀ ਇੱਕ ਤਰੀਕਾ ਹੈਗਾ, ਮੈਂ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਸੀ ਵੀ ਜਿਹੜੀ ਵੱਡੀ ਆਪਸ਼ਨ ਹੁੰਦੀ ਹੈ ਨਾ, ਬਿਗ ਆਪਸ਼ਨਸ, ਠੀਕ ਹੈ, ਬਿਗ ਆਪਸ਼ਨ ਹੁੰਦੀ ਆ ਜਿਵੇਂ ਇਹ ਵਾਲੀ ਸੀ, ਤਾਂ ਬਿਗ ਆਪਸ਼ਨ ਦੇ ਵਿੱਚੋਂ ਕਈ ਵਾਰੀ ਸਾਰੀਆਂ ਚੀਜ਼ਾਂ ਦਾ ਨਿਚੋੜ ਪਾ ਦਿੰਦਾ ਹੁੰਦਾ ਵੀ ਕਈ ਚੀਜ਼ਾਂ ਉਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਇਹ ਚੀਜ਼ਾਂ ਸਰਪ੍ਰਸਤਾਂ ਨੂੰ ਉਹਨਾਂ ਦੇ ਘਰ, ਇਹ ਦੇਖੋ ਇਹ ਆਪਸ਼ਨ ਸੀ ਇਹਦੇ ਵਿੱਚ ਵੀ ਪੇਰੈਂਟਸ ਨੂੰ ਮਿਲ ਕੇ ਹੀ ਵੀ ਇਕੱਲੀ ਇਹ ਚੀਜ਼ ਦਾ ਹੱਲ ਤਾਂ ਨਹੀਂ ਹੋ ਸਕਦਾ। ਪੇਰੈਂਟਸ ਤਾਂ ਫਿਰ ਇਹ ਹੋ ਸਕਦਾ ਵੀ ਕਹਿਣਗੇ ਵੀ ਸਰ ਤੁਸੀਂ ਜਾਂ ਮੈਡਮ ਜੋ ਵੀ ਟੀਚਰ ਪੜ੍ਹਾਉਂਦੇ ਵੀ ਤੁਸੀਂ ਇਹ ਚੀਜ਼ ਦਾ ਹੱਲ ਕਰੋ, ਦੇਖੋ ਅਸੀਂ ਤਾਂ ਤੁਹਾਡਾ ਆਪਣਾ ਬੱਚਾ ਅਸੀਂ ਤੁਹਾਡੇ ਕੋਲ ਭੇਜਿਆ ਹੋਇਆ। ਤਾਂ ਸਾਰੀ ਫਿਰ ਗੱਲ ਇੱਕ ਟੀਚਰ ਤੇ ਇੱਕ ਅਧਿਆਪਕ 'ਤੇ ਆ ਜਾਂਦੀ ਵੀ ਉਸਨੇ ਹੀ ਦੇਖਣਾ ਹੁੰਦਾ ਕਿਹੜੀ ਚੀਜ਼ ਨੂੰ ਅਸੀਂ ਕਿਵੇਂ ਉਹ ਕਰਨਾ। ਇਸ ਤੋਂ ਬਾਅਦ ਅਗਲਾ ਕੁਐਸਚਨ ਹੈ ਵੀ ਵਿਆਕਰਨ ਦੀ ਜਾਣਕਾਰੀ ਨਾਲ ਸ਼ਬਦਾਂ ਦੇ ਸ਼ੁੱਧ ਵਰਤੋਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਆ, ਪਰ ਇਸ ਨਾਲ ਕਹਿੰਦੇ ਵਿਆਕਰਨ ਦੀ ਜਾਣਕਾਰੀ ਨਾਲ ਕੀ ਹੈ, ਆਪਾਂ ਨੂੰ ਪਤਾ ਵਿਆਕਰਨ ਕਾਹਦੇ ਲਈ ਜ਼ਰੂਰੀ ਹੁੰਦੀ ਆ, ਸ਼ੁੱਧ ਬੋਲਣ ਦੇ ਲਈ, ਲਿਖਣ ਦੇ ਲਈ ਵਿਆਕਰਨ ਦੀ ਆਪਾਂ, ਕਿਉਂਕਿ ਵਿਆਕਰਨ ਆਪਾਂ ਨੂੰ ਦੱਸਦੀ ਆ ਵੀ ਤੁਸੀਂ ਆਪਾਂ ਨੂੰ ਸਾਰੀ ਜਾਣਕਾਰੀ ਦਿੰਦੀ ਹੈ ਵੀ ਕਿਹੜੇ ਜਗ੍ਹਾ 'ਤੇ ਆਪਾਂ ਬਿੰਦੀ ਲਾਉਣੀ ਹੈ, ਕਿਹੜੀ ਦੀ ਜਗ੍ਹਾ 'ਤੇ ਆਪਾਂ ਟਿੱਪੀ ਲਾਉਣੀ ਹੈ ਨਾ, ਸਾਰੀ ਚੀਜ਼ ਆਪਾਂ ਨੂੰ ਦੱਸਦੀ ਆ, ਕਿਹੜੇ ਨੂੰ ਕਿਸ ਤਰ੍ਹਾਂ ਉਚਾਰਨ ਕਰਨਾ ਕਿਸੇ ਸ਼ਬਦ ਦਾ, ਹੈ ਨਾ, ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਵਿਆਕਰਨ ਦੱਸਦੀ ਆ। ਠੀਕ ਹੈ, ਪਰ ਕਹਿੰਦੇ ਇਸ ਨਾਲ ਕਿ ਸ਼ਬਦਾਵਲੀ ਵਿੱਚ ਵਾਧਾ ਨਹੀਂ ਹੁੰਦਾ। ਠੀਕ ਹੈ, ਵਿਆਕਰਨ ਨੇ ਆਪਾਂ ਨੂੰ ਜਾਣਕਾਰੀ ਦੇ ਦਿੱਤੀ ਪਰ ਉਹਦੇ ਸ਼ਬਦਾਂ ਵਿੱਚ ਵਾਧਾ ਨਹੀਂ ਹੁੰਦਾ। ਅਗਲੀ ਆਪਸ਼ਨ ਹੈ ਵੀ ਭਾਸ਼ਾ ਜਿਹੜੀ ਉਹ ਸ਼ੁੱਧ ਨਹੀਂ ਬੋਲੀ ਜਾ ਸਕਦੀ ਵਿਆਕਰਨ ਦੁਆਰਾ। ਅਗਲਾ ਵੀ ਭਾਸ਼ਾ ਸ਼ੁੱਧ ਨਹੀਂ ਬੋਲੀ ਜਾ ਸਕਦੀ, ਇਹ ਸੇਮ ਹੀ ਆ ਗਿਆ ਆਪਸ਼ਨ। ਠੀਕ ਹੈ ਜੀ, ਅਗਲਾ ਭਾਸ਼ਾ ਮਾਂਝੀ ਸਵਾਰੀ ਨਹੀਂ ਜਾ ਸਕਦੀ। ਦੇਖੋ ਜਦੋਂ ਤੁਸੀਂ ਵਿਆਕਰਨ ਦੀ ਜਾਣਕਾਰੀ ਨੇ ਕਿ ਸ਼ਬਦਾਂ ਦੇ ਸ਼ੁੱਧ ਵਰਤੋਂ ਬਾਰੇ ਤਾਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਆ, ਪਰ ਇਹਦੇ ਨਾਲ ਕੀ ਹੁੰਦਾ, ਸ਼ਬਦਾਵਲੀ ਵਿੱਚ ਵਾਧਾ ਨਹੀਂ ਹੁੰਦਾ ਤੁਹਾਡੇ। ਠੀਕ ਹੈ,
ਸ਼ਬਦਾਵਲੀ ਵਿੱਚ ਵਾਧਾ ਨਹੀਂ ਹੁੰਦਾ। ਤੁਸੀਂ ਸਿਰਫ ਵਿਆਕਰਨ ਤੁਹਾਨੂੰ ਸ਼ੁੱਧ ਸ਼ਬਦ ਲਿਖਣੇ ਦੱਸ ਸਕਦੀ ਆ। ਇਹਦਾ ਮਤਲਬ ਇਹ ਨਹੀਂ ਹੈ ਜੇ ਸ਼ੁੱਧ ਸ਼ਬਦ ਤੁਸੀਂ ਸਿੱਖ ਗਏ ਤਾਂ ਤੁਹਾਡੀ ਜਿਹੜੀ ਵੋਕੈਬਲਰੀ ਆ, ਤੁਹਾਡੀ ਸ਼ਬਦਾਵਲੀ ਆ, ਉਹਦੇ ਵਿੱਚ ਵਾਧਾ ਹੋਵੇਗਾ। ਇਹ ਨਹੀਂ ਹੋਏਗਾ, ਠੀਕ ਹੈ, ਨਹੀਂ ਹੋ ਸਕਦਾ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਆਪਣਾ ਵੀ ਭਾਸ਼ਾ ਦੇ ਸ਼ੁੱਧ ਬੋਲਣ ਦੇ ਅਤੇ ਲਿਖਣ ਦੇ ਲਈ ਕਿਸ ਦੀ ਜ਼ਰੂਰਤ ਹੁੰਦੀ ਹੈ। ਬਿਲਕੁਲ ਸਿੰਪਲ ਕੁਐਸਚਨ ਆ। ਦੇਖੋ ਆਪਾਂ ਹਮੇਸ਼ਾ ਭਾਸ਼ਾ ਸ਼ੁੱਧ ਬੋਲਣ ਦੇ ਲਈ ਤੇ ਲਿਖਣ ਦੇ ਲਈ ਆਪਾਂ ਕਾਹਦੀ ਵਰਤੋਂ ਕਰਦੇ ਹਾਂ? ਹਮੇਸ਼ਾ ਵਿਆਕਰਨ ਦੀ। ਠੀਕ ਹੈ ਜੀ। ਇਹ ਸਿੰਪਲ ਕੁਐਸਚਨ ਆ। ਇਹ ਸੀਟੈਟ ਦੇ ਵਿੱਚ ਕਈ ਵਾਰ ਕੁਐਸਚਨ ਇਹ ਸਿੰਪਲ ਹੀ ਪੁੱਛਿਆ ਹੁੰਦਾ। ਸੀਟੈਟ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਇਹ ਕੁਐਸਚਨ। ਠੀਕ ਹੈ। ਤਾਂ ਪੀਐਸਟੈਟ ਦੇ ਵਿੱਚ ਵੀ ਇਹ ਇੱਕ ਵਾਰ ਕੁਐਸਚਨ ਆਇਆ ਹੋਇਆ ਸੇਮ ਹੀ, ਬਸ ਉਹਨੇ ਵਿੱਚ ਥੋੜ੍ਹਾ ਜਿਹਾ ਕੀ ਸੀਗਾ, ਵਰਡਿੰਗ ਘਮਾਤੀ ਸੀ। ਠੀਕ ਹੈ। ਵੀ ਇੱਕ ਬੱਚਾ ਜਿਹੜਾ ਲਿਖਣ ਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਕਰਦਾ ਗਾ, ਤਾਂ ਉਹ ਕਿਸ ਚੀਜ਼ ਦੀ ਮਤਲਬ ਕਿ ਕਮੀ ਹੋ ਸਕਦੀ ਹੈ। ਤਾਂ ਉਹਦੇ ਵਿੱਚ ਮਤਲਬ ਵਿਆਕਰਨ ਸਮਝਣ ਦੀ ਕਮੀ ਹੋ ਸਕਦੀ ਹੈ, ਬੱਚੇ ਦੇ ਮਤਲਬ ਕਿ ਅੰਦਰੂਨੀ ਮਾਹੌਲ ਹੋ ਸਕਦਾ ਹੈ। ਠੀਕ ਹੈ। ਵੀ ਬੱਚਾ ਜਿਹੜਾ ਉਹ ਜਾਣ ਬੁੱਝ ਕੇ ਗਲਤੀਆਂ ਕਰਦਾ ਗਾ, ਅਧਿਆਪਕ ਦੀ ਮਤਲਬ ਕਿ ਗਲਤੀ ਹੈ, ਇਹ ਆਪਸ਼ਨਾਂ ਸੀਗੀਆਂ। ਤਾਂ ਓਬਵੀਅਸਲੀ ਬੱਚਾ ਨੂੰ ਕਿਤੇ ਨਾ ਕਿਤੇ ਵਿਆਕਰਨ ਸਮਝਣ ਦੇ ਵਿੱਚ ਕਮੀ ਰਹੀ ਹੋਈ ਆ। ਤਾਂ ਉਸਦਾ ਜਿਵੇਂ ਤਾਂ ਵਿਆਕਰਨ ਹੀ ਹਮੇਸ਼ਾ ਆਪਾਂ ਨੂੰ ਕੀ ਕਰਦੀ ਆ, ਹਮੇਸ਼ਾ ਭਾਸ਼ਾ ਨੂੰ ਸ਼ੁੱਧ ਬੋਲਣ ਅਤੇ ਲਿਖਣ ਦੇ ਲਈ ਆਪਾਂ ਨੂੰ ਜਾਣਕਾਰੀ ਦਿੰਦੀ ਆ। ਤਾਂ ਇਹਦਾ ਰਾਈਟ ਆਨਸਰ ਸੀਗਾ ਰਾਜੇ ਵਿਆਕਰਨ। ਠੀਕ ਹੈ ਜੀ। ਇਹ ਸੀ ਆਪਣੇ 30 ਕੁਐਸਚਨ। ਅਤੇ ਇਹ 30 ਕੁਐਸਚਨ ਨੇ ਜਿਹੜੇ ਸਾਰੇ ਹੀ ਲੈਂਗੁਏਜ ਦੇ ਉੱਪਰ ਸੀ, ਕਿਉਂਕਿ ਲੈਂਗੁਏਜ ਦੇ ਵਿੱਚ ਉਹਨਾਂ ਨੇ ਐਗਜ਼ਾਮੀਨਰ ਨੇ ਕੁਐਸਚਨ ਜ਼ਰੂਰ ਪੁੱਛਣੇ ਆ। ਮੇਰਾ ਮਕਸਦ ਹੁਣ ਇਹ ਆ ਵੀ ਹੁਣ ਤੁਹਾਨੂੰ ਟੌਪਿਕ ਵਾਈਜ਼ ਕੁਝ ਕੁਐਸਚਨ ਜਿਹੜੇ ਨੇ ਉਹ ਲੈ ਕੇ ਆਇਆ ਕਰਾਂ, ਕਿਉਂਕਿ ਇਹ ਮਿਕਸਅਪ ਕੁਐਸਚਨ ਮੈਂ ਤੁਹਾਨੂੰ ਕਰਵਾਏ ਹੋਏ ਆ। ਮਿਕਸਅਪ ਕੁਐਸਚਨ ਤੁਹਾਡੇ ਇਸ ਲਈ ਕਰਵਾਏ ਗਏ ਸੀ, ਵਿੱਚੋਂ ਔਖੇ ਕੁਐਸਚਨ ਵੀ ਬੱਚੇ ਕਹਿ ਰਹੇ ਸੀ ਵੀ ਸਰ ਵਿੱਚ ਟਫ ਕੁਐਸਚਨ ਸੀ। ਟਫ ਕੁਐਸਚਨ ਇਸ ਲਈ ਪਾਏ ਜਾਂਦੇ ਆ ਤਾਂ ਕਿ ਤੁਸੀਂ ਲੈਵਲ ਸਮਝ ਸਕੋ, ਵੀ ਇਹ ਨਾ ਸਮਝੋ ਵੀ ਪੰਜਾਬੀ ਦੇ ਵੀ ਸਿੰਪਲ ਕੁਐਸਚਨ ਪੁੱਛ ਲਿਆ ਜਾਊਗਾ। ਕਈ ਵਾਰ ਟਫ ਲੈਵਲ ਵੀ ਲੈ ਜਾਂਦੇ ਆ, ਖਾਸ ਕਰ ਸੀਟੈਟ ਦੇ ਵਿੱਚ। ਜਿਵੇਂ ਉਹਨਾਂ ਨੇ ਭਾਸ਼ਾ ਪੁੱਛਿਆ ਹੋਇਆ ਸੀ ਵੀ ਭਾਸ਼ਾ ਦੇ ਹੈ ਨਾ, ਭਾਸ਼ਾ ਪਰਿਵਾਰ ਬਾਰੇ ਕਿਹਾ ਹੋਇਆ ਸੀ। ਠੀਕ ਹੈ ਜੀ। ਵੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿੰਨੇ ਭਾਸ਼ਾ ਪਰਿਵਾਰ ਨੇ? ਉਹਦਾ 4 ਸੀਗਾ। ਦਰਾਵਿੜ ਹੈ ਨਾ, ਯੂਰਪੀਅਨ, ਉਹ ਸਾਰੇ ਸੀਗੇ। ਤਾਂ ਇਹੋ ਜਿਹੇ ਕੁਐਸਚਨ ਵੀ ਕਈ ਵਾਰ ਪੁੱਛ ਲੈਂਦੇ ਆ। ਥੋੜ੍ਹਾ ਰੀਜ਼ਨ ਕੀ ਹੁੰਦਾ ਐਗਜ਼ਾਮ ਦੇ ਵਿੱਚ? ਦੇਖੋ ਜੇ 15 ਕੁਐਸਚਨ ਪੈਡਾਗੋਜੀ ਦੇ ਆਉਂਦੇ ਆ, ਤਾਂ 15 ਦੇ ਵਿੱਚ ਇਹ ਮੰਨ ਲਓ ਵੀ ਉਹਨਾਂ ਨੇ 4 ਤੋਂ 5 ਕੁਐਸਚਨ ਤਾਂ ਥੋੜ੍ਹੇ ਜਿਹੇ ਲੈਵਲ ਦੇ ਪਾਣੇ ਹੁੰਦੇ ਆ। ਠੀਕ ਹੈ। ਇਹ 4 ਤੋਂ 5 ਨੰਬਰ ਹੀ ਮੈਰਿਟ ਜੋ ਹੈ ਨਾ ਬੱਚਿਆਂ ਨੂੰ ਦੁਵਿਧਾ 'ਚ ਪਾਉਂਦੇ। ਜਿਹੜੇ ਬੱਚੇ ਨੂੰ ਕਨਸੈਪਟ ਉਹ 4-5 ਕੁਐਸਚਨਾਂ ਦਾ ਕਲੀਅਰ ਕਰ ਲਿਆ, ਠੀਕ ਹੈ, ਉਹ ਅੱਗੇ ਵੱਧ ਜਾਏਗਾ, ਬਾਕੀ ਨੂੰ ਉਹ ਫਿਰ ਮੁਸ਼ਕਿਲ ਆਵੇਗੀ, ਹੈ ਨਾ। ਇਹ ਚੀਜ਼ ਹੁੰਦਾ। ਇਹ ਸੀਗੇ ਲੈਂਗੁਏਜ ਦੇ ਉੱਪਰ ਸਾਰੇ ਕੁਐਸਚਨ। ਠੀਕ ਹੈ ਜੀ। ਇਹਦੇ ਵਿੱਚ ਜ਼ਿਆਦਾਤਰ ਦੇਖੋ ਕੌਸ਼ਲਾਂ ਦੀ ਗੱਲ ਹੋਈ ਸੀਗੀ। ਕੌਸ਼ਲ ਹੁੰਦਾ ਸਕਿੱਲਸ। ਠੀਕ ਹੈ। ਤੁਹਾਨੂੰ ਸਕਿੱਲਸ ਸਮਝਣੇ ਪੈਣਗੇ ਭਾਸ਼ਾ ਦੇ ਉੱਪਰ। ਮੈਂ ਚੰਗੀ ਤਰ੍ਹਾਂ ਵੈਸੇ ਇਹ ਟੌਪਿਕ ਸਾਰੇ ਕਰਵਾਏ ਹੋਏ ਆ ਪੈਡਾਗੋਜੀ ਦੇ ਹਰ ਇੱਕ ਚੀਜ਼। ਜਿਵੇਂ ਇੱਕ ਸਕਿੱਲਸ ਸਮਝਣੇ ਤੁਸੀਂ, ਇੱਕ ਡਿਸਆਰਡਰ ਜਿਵੇਂ ਸੀਗੇ। ਠੀਕ ਹੈ ਜੀ। ਬੱਚਿਆਂ ਨੂੰ ਜੋ ਦਿੱਕਤ ਆਉਂਦੀਆਂ ਨੇ, ਠੀਕ ਹੈ, ਅਸਮਰੱਥਾ ਆਉਂਦੀਆਂ ਨੇ, ਉਹ ਜ਼ਿਆਦਾ ਫੇਵਰੇਟ ਹੈ। ਅਤੇ ਇਸ ਤੋਂ ਇਲਾਵਾ ਮੁਲਾਂਕਣ ਜੋ ਸੀ, ਇਵੈਲੂਏਸ਼ਨ ਜਿਸ ਨੂੰ ਆਪਾਂ ਕਹਿ ਸਕਦੇ ਹਾਂ, ਇਹ ਇਹਦਾ ਸੀਗਾ ਇਵੈਲੂਏਸ਼ਨ ਯਾਨੀ ਕਿ ਮੁਲਾਂਕਣ। ਇਹ ਜਿਹੜੇ ਟੌਪਿਕ ਨੇਗੇ ਇਹ ਕਾਫੀ ਜ਼ਿਆਦਾ ਜੋ ਹੈ ਪੁੱਛੇ ਜਾਂਦੇ ਆ ਇਸ ਦੇ ਵਿੱਚ। ਠੀਕ ਹੈ ਜੀ। ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਪੰਜਾਬੀ ਪੈਡਾਗੋਜੀ ਦੇ ਦੌਰਾਨ। ਠੀਕ ਹੈ ਜੀ। ਇੱਥੇ ਆਉਂਦਾ ਗ੍ਰਾਮਰ ਦੀ ਗੱਲ ਵੀ ਸਰ ਗ੍ਰਾਮਰ ਕਿੰਨੇ ਨੰਬਰ ਦੀ ਆਉਂਦੀ ਆ, ਵਿਆਕਰਨ ਕਿੰਨੇ ਨੰਬਰ ਦੀ ਆਉਂਦੀ ਆ, ਇਹ ਅਕਸਰ ਬੱਚੇ ਪੁੱਛ ਲੈਂਦੇ ਆ। ਠੀਕ ਹੈ ਜੀ। ਤਾਂ ਵਿਆਕਰਨ ਦਾ ਕੁਛ ਨਹੀਂ ਆਪਾਂ ਕਹਿ ਸਕਦੇ। ਐਗਜ਼ਾਮੀਨਰ ਆ ਜਿਹੜਾ ਉਹ ਕਈ ਵਾਰੀ ਦੇਖੋ ਤੁਹਾਨੂੰ ਇੱਕ ਕਵਿਤਾ ਦਾ ਪੈਰਾ ਪਾ ਦਿੱਤਾ ਐਗਜ਼ਾਮੀਨਰ ਨੇ। ਠੀਕ ਹੈ। ਇੱਕ ਕਵਿਤਾ ਦਾ ਪੈਰਾ ਪਾਤਾ ਅਤੇ ਉਂਝ ਕੀ ਹੁੰਦਾ ਇੱਕ ਦੂਸਰਾ ਪੈਰਾ ਪਾਤਾ, ਅਣਡਿੱਠਾ ਪੈਰਾ ਆਪਾਂ ਜਿਸ ਨੂੰ ਕਹਿ ਦਿੰਦੇ ਹਾਂ, ਹੈ ਨਾ। ਕਵਿਤਾ ਦਾ ਪੈਰਾ ਹੁੰਦਾ, ਇੱਕ ਅਣਡਿੱਠਾ ਪੈਰਾ ਉਂਝ ਹੁੰਦਾ। ਤਾਂ ਇਹ ਹੋ ਗਏ ਦੇਖੋ ਇਹਦੇ ਵਿੱਚ ਜੇ 8 ਕੁਐਸਚਨ ਇਹਦੇ 'ਚ ਪਾਤੇ, 8 ਕੁਐਸਚਨ ਇਹਦੇ 'ਚ ਪਾਤੇ, 16 ਕੁਐਸਚਨ ਹੋ ਗਏ। ਠੀਕ ਹੈ ਜੀ। ਪਿੱਛੇ 14 ਕੁਐਸਚਨ ਰਹਿ ਗਏ। ਤਾਂ 14 ਕੁਐਸਚਨਾਂ ਦੇ ਵਿੱਚ ਤੁਹਾਨੂੰ ਇਹ ਲਗਾ ਲਓ ਵੀ ਕਿੰਨੇ ਉਹ ਵਿਆਕਰਨ ਦੇ ਕੁਐਸਚਨ ਪਾਏਗਾ। ਦੇਖੋ ਪੰਜਾਬੀ ਪੈਡਾਗੋਜੀ ਫਿਰ ਆਉਣੀ ਹੈ। ਪੰਜਾਬੀ ਪੈਡਾਗੋਜੀ ਦੇ ਘੱਟੋ ਘੱਟ 10 ਕੁਐਸਚਨ ਦਾ ਜ਼ਰੂਰ ਤੁਹਾਨੂੰ ਪਾਏਗਾ। ਪਿੱਛੇ ਰਹਿ ਗਏ 4, ਉਹ 4 ਗ੍ਰਾਮਰ ਦੇ ਕੁਐਸਚਨ ਸਿੰਪਲ ਨਹੀਂ ਇੱਦਾਂ ਨਹੀਂ ਪੁੱਛ ਲਿਆ ਜਾਊਗਾ। ਉਹ ਜਾਂ ਤਾਂ ਪੈਰੇ ਵਿੱਚ ਵੀ ਪਾ ਸਕਦਾ ਵੀ ਜਿਹੜਾ ਤੁਹਾਨੂੰ ਪੈਰਾ ਦਿੱਤਾ ਹੋਇਆ ਉਹਦੇ ਵਿੱਚੋਂ ਕੁਐਸਚਨ ਪਾ ਲੇ। ਠੀਕ ਹੈ। ਜਾਂ ਫਿਰ ਤੁਹਾਨੂੰ ਕੋਈ ਮੁਹਾਵਰਾ ਪੂਰਾ ਕਰਨ ਦੀ, ਮੁਹਾਵਰੇ ਦਾ ਮਤਲਬ ਕੀ ਹੁੰਦਾ, ਉਹ ਖੌਤ ਦਾ ਮਤਲਬ ਕੀ ਹੁੰਦਾ, ਇਸ ਤਰ੍ਹਾਂ ਦਾ। ਜਾਂ ਫਿਰ ਹੇਠ ਲਿਖੇ ਵਿੱਚੋਂ ਕਿਹੜੇ ਦੁੱਤ ਅੱਖਰ ਹੈਗੇ ਆ, ਇਸ ਤਰ੍ਹਾਂ ਦੇ ਕੁਐਸਚਨ। ਥੋੜ੍ਹੇ ਮੋਟੇ ਕੁਐਸਚਨ, ਜ਼ਿਆਦਾ ਉਹ ਵਿਆਕਰਨ ਦੇ ਉੱਪਰ ਧਿਆਨ ਨਹੀਂ ਦਿੰਦਾ। ਠੀਕ ਹੈ। ਵਿਆਕਰਨ ਦੇ ਉੱਪਰ ਇਹ ਨਹੀਂ ਹੈਗਾ ਤੁਸੀਂ ਪੂਰਾ ਜ਼ਿਆਦਾ ਫੋਕਸ ਕਰੋ। ਠੀਕ ਹੈ। ਵਿਆਕਰਨ ਬਹੁਤ ਘੱਟ ਪੁੱਛੀ ਜਾਏਗੀ ਐਗਜ਼ਾਮ ਦੇ ਵਿੱਚ। ਠੀਕ ਹੈ। ਬਟ ਕਰਕੇ ਜ਼ਰੂਰ ਜਾਣੀ ਹੈ, ਛੱਡਣਾ ਕੁਛ ਵੀ ਨਹੀਂ ਹੈ, ਕਿਉਂਕਿ ਉਹ 4 ਨੰਬਰ ਨੇ ਜਿਹੜੇ ਤੁਹਾਡੀ ਮੈਰਿਟ ਜੋ ਆ ਤੁਹਾਡਾ ਐਗਜ਼ਾਮ ਕਲੀਅਰ ਕਰਨ ਦੇ ਵਿੱਚ ਰੋਲ ਪਲੇ ਕਰਨਗੇ। ਠੀਕ ਹੈ। ਚਾਹੇ ਕੁਛ ਵੀ ਹੈ, ਚਾਹੇ ਨਾਮ ਨੇ, ਪੜਨਾਮ ਹੈ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਤੁਸੀਂ ਚਾਹੇ ਕੁਛ ਵੀ ਹੈ, ਉਹ ਸਾਰੀ ਚੀਜ਼ਾਂ ਨਾਮ ਪੜਨਾਮ ਵਗੈਰਾ ਸਾਰਾ ਕੁਛ ਤੁਸੀਂ ਸਮਝ ਕੇ ਕਿੰਨੇ ਵਾਕਬੂ ਸਾਰਾ ਕੁਛ ਇੱਕ ਵਾਰੀ ਤੁਸੀਂ ਪੜ੍ਹਨਾ ਹੈ,
ਕਿਉਂਕਿ ਇਹ 4 ਨੰਬਰ ਹੋ ਸਕਦਾ ਵੀ 4 ਤੋਂ ਐਗਜ਼ਾਮੀਨਰ ਦਾ ਹਰ ਵਾਰ ਪੈਟਰਨ ਚੇਂਜ ਕਰ ਦਿੰਦੇ ਆ। ਇਸ ਵਾਰ 8 ਨੰਬਰ ਦੀ ਹੀ ਸਿੱਧੀ ਗ੍ਰਾਮਰ ਪੁੱਛ ਲੈਣ, ਬਟ ਇਹ ਆ ਵੀ ਪੁੱਛ ਸਕਦੇ ਆ, ਗ੍ਰਾਮਰ ਹੈਗਾ ਵੀ ਪੁੱਛ ਸਕਦੇ ਆ, ਬਟ ਇਹ ਨਹੀਂ ਪਤਾ ਵੀ ਕਿੰਨੇ ਨੰਬਰ ਦੀ ਪੁੱਛਣ, ਤੁਸੀਂ ਕਰਨੀ ਜ਼ਰੂਰ ਹੈ। ਠੀਕ ਹੈ ਜੀ, ਪੰਜਾਬੀ ਪੈਡਾਗੋਜੀ ਤੋਂ ਪੁੱਛੀ ਹੀ ਜਾਏਗੀ। ਇਹ ਹਮੇਸ਼ਾ ਦੇਖੋ ਮੈਂ ਤੁਹਾਨੂੰ ਕਿਹਾ ਵੀ ਇਹ 15 ਨੰਬਰ ਦੀ ਹੁੰਦੀ ਆ, ਉਹ ਹੋ ਸਕਦਾ ਵੀ ਉਹਦੇ ਵਿੱਚੋਂ ਥੋੜ੍ਹੇ ਮਾਰਕਸ ਕੱਟ ਕੇ 12-13 ਤਾਂ ਲੈ ਕੇ ਹੀ ਜਾਊਗਾ ਉਸਨੂੰ। ਠੀਕ ਹੈ, ਸਾਰੇ ਤੁਹਾਡੇ ਕਨਸੈਪਟ ਕਲੀਅਰ ਹੋਣੇ ਚਾਹੀਦੇ ਆ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਇਹ ਸਾਰੀ ਕਲਾਸ ਦੇ ਵਿੱਚ ਜੋ ਮੈਂ ਕਰਵਾਇਆ ਉਹ ਸਮਝ ਆਇਆ ਹੋਊਗਾ। ਠੀਕ ਹੈ, ਮੇਨ ਗੱਲ ਇਹ ਹੈ ਵੀ ਜਿਹੜਾ ਕੁਐਸਚਨ ਕਰਾਉਣਾ ਉਹਦੀ ਆਪਸ਼ਨਾਂ ਨੂੰ ਹਮੇਸ਼ਾ ਪਕੜਨਾ ਹੁੰਦਾ ਹੈ। ਠੀਕ ਹੈ, ਬਿਲਕੁਲ ਸਿੰਪਲ ਜਿਹੇ ਹੁੰਦੇ। ਦੇਖੋ ਅੱਜ ਦੇ ਕਲਾਸ ਦੇ ਵਿੱਚ ਜਿੰਨੇ ਕੁਐਸਚਨ ਸੀਗੇ ਬਿਲਕੁਲ ਵੀ ਟਫ ਲੈਵਲ ਦੇ ਨਹੀਂ ਸੀਗੇ। ਠੀਕ ਹੈ, ਬਟ ਜੇ ਸਮਝੇ ਹੋਣਗੇ, ਬਟ ਜਿਹੜੇ ਨੇ ਚਲੋ ਨਹੀਂ ਕਨਸੈਪਟ ਹੀ ਨਹੀਂ ਸਮਝਿਆ ਹੈਗਾ ਉਹਨੂੰ ਬਹੁਤ ਟਫ ਲੱਗਣਗੇ। ਜਿਵੇਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਸੀ, ਕੱਲ੍ਹ ਵਾਲੀ ਦੇ ਵਿੱਚ ਹੈਗਾ ਸੀ ਲੇਬਲ। ਠੀਕ ਹੈ, ਉਹ ਮੈਂ ਇਸ ਕਰਕੇ ਅੱਜ ਆਸਾਨ ਲੈ ਕੇ ਆਇਆ ਸੀ ਕੁਛ ਕੁਐਸਚਨ ਵੀ, ਤਾਂ ਕਿ ਤੁਹਾਨੂੰ ਆ ਜਿਹੜਾ ਸਮਝ ਸਕੋ ਵੀ ਕੁਐਸਚਨ ਔਖੇ ਵੀ ਪੁੱਛੇ ਜਾ ਸਕਦੇ ਆ, ਸੌਖੇ ਵੀ ਪੁੱਛੇ ਜਾ ਸਕਦੇ ਆ, ਬਟ ਤੁਹਾਡਾ ਮਾਈਂਡ ਆ ਜਿਹੜਾ ਉੱਥੇ ਕੰਮ ਕਰਨਾ। ਤੁਸੀਂ ਸੌਖਾ ਕੁਐਸਚਨ ਵੀ ਗਲਤ ਕਰੋਗੇ ਜੇ ਤੁਸੀਂ ਚੀਜ਼ ਨੂੰ ਸਮਝਿਆ ਨਹੀਂ ਹੋਊਗਾ। ਠੀਕ ਹੈ ਜੀ, ਇਹ ਚੀਜ਼ ਹੈ ਇਹਦੇ ਵਿੱਚ। ਹਾਂਜੀ, ਅਤੇ ਤੁਹਾਡਾ ਕੋਈ ਵੀ ਜੇ ਕੁਐਸਚਨ ਦੇ ਉੱਪਰ ਕੋਈ ਹੋਊਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਆਈ ਹੋਪ ਤੁਹਾਨੂੰ ਕਲਾਸ ਪਸੰਦ ਆਈ ਹੋਊਗੀ ਰਾਜੇ। ਠੀਕ ਹੈ, ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਜ਼ਰੂਰ ਕਰਨਾ ਵੀਡੀਓ ਦੇ ਉੱਪਰ ਜੇ ਤੁਹਾਨੂੰ ਚੰਗੀ ਲੱਗੀ। ਠੀਕ ਹੈ ਸਟੂਡੈਂਟਸ, ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ। ਬਾਏ ਬਾਏ।